ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਿੱਧਾ ਇਸ ਅਹਿਮ ਸਵਾਲ ਤੇ ਆਉਂਦੇ ਆ ਕਿ ਕੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬਾਡੀ ਦੀ ਐਮਰਜੈਂਸੀ ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ? ਕੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕਿਸੇ ਸੀਨੀਅਰ ਗ੍ਰੰਥੀ ਨੂੰ ਕਾਰਜਕਾਰੀ ਜਥੇਦਾਰ ਲਾਇਆ ਜਾ ਸਕਦਾ ਹੈ? ਕੀ ਅੱਜ ਇਹ ਅਹਿਮ ਫੈਸਲੇ ਲੈ ਲਏ ਜਾਣਗੇ? ਇਹਨਾਂ ਤਿੰਨ ਸਵਾਲਾਂ ਦੇ ਉੱਤੇ ਸਭ ਤੋਂ ਪਹਿਲਾਂ ਜਾਣਿਆ। ਦੂਜਾ ਸਵਾਲ, ਕੀ ਗਵਰਨਰ ਪੰਜਾਬ ਤੇ ਸਟੇਟ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ ਖਤੋ ਖਤਾਬਤ ਤਲਖੀ ਵੱਲ ਵੱਧ ਰਹੀ ਹੈ? ਸੈਸ਼ਨ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਅੱਗੇ ਵੱਧ ਰਹੀਆਂ, ਵਿਸਥਾਰ 'ਚ ਤੁਹਾਡੇ ਨਾਲ ਸਾਂਝ ਪਾਉਂਦੇ ਆ। ਤੀਜਾ ਮਾਮਲਾ, ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਵਿੱਚ ਹੀਟ ਐਕਸਚੇਂਜ ਹੋਣ ਦਾ ਜਿਹੜਾ ਸਿਲਸਿਲਾ ਬਣਿਆ ਹੋਇਆ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵਿਦੇਸ਼ ਜਾਣ ਦੀ ਕਨਸੋ ਹੈ, ਔਰ ਇਹ ਵੀ ਸਵਾਲ ਹੈ ਕਿ ਜਦੋਂ ਸਿੰਘ ਸਾਹਿਬ ਵੀ ਵਿਦੇਸ਼ ਵਿੱਚ ਨੇ ਔਰ ਸੁਖਬੀਰ ਬਾਦਲ ਵਿਦੇਸ਼ ਜਾਣ ਦੀ ਗੱਲ ਹੋ ਰਹੀ ਹੈ, ਪਿੱਛੋਂ ਅਤ ਅਹਿਮ ਫੈਸਲਿਆਂ ਦੀ ਵੀ ਗੱਲ ਹੋ ਰਹੀ ਹੈ। ਇਨ ਬਿਟਵੀਨ ਭਗਵੰਤ ਮਾਨ ਔਰ ਸੁਖਬੀਰ ਬਾਦਲ ਦੇ ਵਿੱਚ ਵੀ ਤਲਖੀ ਵਾਲੀ ਬਿਆਨਬਾਜ਼ੀ ਹੋ ਰਹੀ ਹੈ। ਤੇ ਆਖਰ ਦੇ ਵਿੱਚ ਚੱਲਾਂਗੇ ਕਿ ਕੇਜਰੀਵਾਲ ਸਾਹਿਬ ਨੂੰ ਬਹੁਤ ਖਲ ਰਿਹਾ ਕਿ ਸਾਰੀਆਂ ਫਾਈਲਾਂ LG ਨੂੰ ਸਿੱਧੀਆਂ ਚੀਫ ਸੈਕਟਰੀ ਭੇਜ ਰਹੇ ਨੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੈਨੂੰ ਮੇਰੇ ਜਿਹੜੇ ਸ਼ੰਕੇ ਨੇ, ਕਿਉਂਕਿ ਇਹ ਮੋਟੇ ਤੌਰ ਤੇ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਸਭਾ ਦੇ ਵਿੱਚ ਜਥੇਦਾਰ ਨੂੰ ਲੈ ਕੇ ਐਸੀ ਕਿਹੜੀ ਟ੍ਰਿਗਰ ਪੁਆਇੰਟ ਸੀ ਜਿਹਦੇ ਉੱਤੇ ਜਥੇਦਾਰ ਨੂੰ ਲਾਉਣ ਵਰਗੇ ਫੈਸਲੇ ਦੀ ਚਰਚਾ ਹੋਣ ਲੱਗੀ, ਜਿਹਦੇ ਵਿੱਚ 72 ਘੰਟੇ ਦੇ ਨੋਟਿਸ ਦੇ ਉੱਤੇ SCPC ਨੂੰ ਐਗਜ਼ੈਕਟਿਵ ਸੱਦਣੀ ਪੈ ਗਈ। ਹਾਲਾਂਕਿ ਇਹ ਸਪੈਕੂਲੇਸ਼ਨਸ ਨੇ, ਅਜੇ ਤੱਕ ਇਹ ਕਿਆਸ ਰਾਈਆਂ ਨੇ, ਥੋੜੀ ਦੇਰ ਬਾਅਦ ਇਹ ਮੀਟਿੰਗ ਹੋਊਗੀ। ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਕਿਹੜੀਆਂ ਘਟਨਾਵਾਂ ਸੀ? ਕੀ ਸਿਰਫ ਰਾਘਵ ਚੱਡਾ ਦੀ ਸਗਾਈ ਮੌਕੇ ਜਥੇਦਾਰ ਦਾ ਹਾਜ਼ਰ ਹੋਣਾ ਹੀ ਅਹਿਮ ਮਾਮਲਾ ਸੀਗਾ, ਜਾਂ ਕਿ ਉਸ ਤੋਂ ਬਾਅਦ ਰਾਜੋਆਣਾ ਵੱਲੋਂ, ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਭੈਣ ਦੇ ਥਰੂ ਬੜਾ ਠੀਕ ਹਮਲਾ ਸੀ, ਉਹ ਵੀ ਇੱਕ ਕਾਰਨ ਹੈ? ਕੀ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਵੱਲੋਂ ਕਈ ਮੌਕਿਆਂ ਤੇ ਸਿੰਘ ਸਾਹਿਬਾਨ ਤੋਂ ਜੋ ਐਕਸਪੈਕਟੇਸ਼ਨ ਸੀ ਉਹ ਪੂਰੀ ਨਾ ਹੋਣਾ ਵੀ ਮਾਮਲਾ ਹੈ? ਔਰ ਇਹਦੇ ਨਾਲ ਕੀ ਗਿਆਨੀ ਹਰਪ੍ਰੀਤ ਸਿੰਘ ਦਾ 6 ਤਰੀਕ ਨੂੰ ਦਮਦਮੀ ਟਕਸਾਲ ਮਹਿਤਾ ਵਿਖੇ ਨਾ ਪਹੁੰਚਣਾ ਔਰ 2 ਤਰੀਕ ਜਾਂ ਕੁਝ ਹੋਰ ਥਾਵਾਂ ਦੇ ਉੱਤੇ ਉਹਨਾਂ ਦਾ ਹਾਜ਼ਰ ਹੋਣਾ, ਔਰ ਇੱਕ ਬਹੁਤ ਟ੍ਰਿਗਰ ਪੁਆਇੰਟ ਇਹ ਵੀ ਸ਼ਾਇਦ ਮੰਨਿਆ ਜਾ ਰਿਹਾ ਕਿ ਜਿਹੜੇ ਜਥੇਦਾਰ ਧਿਆਨ ਸਿੰਘ ਮੰਡ ਆਪਣੇ ਆਪ ਨੂੰ ਜਥੇਦਾਰ ਕਹਿੰਦੇ ਨੇ, ਜਿਹੜੇ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਜਥੇਦਾਰ ਮੰਨਣ ਲਈ ਤਿਆਰ ਹੀ ਨਹੀਂ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ, ਉਹਨਾਂ ਵੱਲੋਂ ਇਹਨਾਂ ਨੂੰ ਆਪਣਾ ਹਮਰੁਤਬਾ ਕਹਿ ਕੇ ਲਿਖਿਆ ਜਾਣ ਵਾਲਾ ਪੱਤਰ ਤੇ ਉਹਦੀ ਇਬਾਰਤ। ਤੇ ਇੱਕ ਕਨਸੋ ਹੋਰ ਵੀ ਰਹੀ ਕਿ ਇਸੇ ਸਮੇਂ ਜਿਹੜੇ 5 ਪਿਆਰੇ ਵੱਖਰੇ ਹੋ ਗਏ ਸੀ ਕੁਝ ਸਮਾਂ ਪਹਿਲਾਂ, ਉਹਨਾਂ ਵੱਲੋਂ ਵੀ ਪੰਥਕ ਏਕਤਾ ਨੂੰ ਲੈ ਕੇ ਉਹੋ ਜਿਹੋ ਜਿਹਾ ਧਿਆਨ ਸਿੰਘ ਮੰਡ ਦਾ ਪੱਤਰ ਉਹ ਲਿਖਿਆ ਜਾਣਾ। ਤੇ ਫਿਰ ਜੇ ਮੈਂ ਗਲਤ ਨਹੀਂ ਔਰ ਜੇ ਮੈਂ ਉਹਨਾਂ ਸਫਾਂ ਦੇ ਵਿੱਚ ਝਾਕ ਕੇ ਦੇਖਦਾ, ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਪੰਥਕ ਏਕਤਾ ਲਈ ਇੱਕ ਪੱਤਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਜਾਣਾ। ਇਹ ਉਹ ਲੋਕ ਨੇ ਜਿਹੜੇ ਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਨਤਾ ਨਹੀਂ ਸੀ ਦਿੰਦੇ ਪੂਰੀ ਤਰ੍ਹਾਂ। ਉਹਨਾਂ ਦਾ ਜਥੇਦਾਰ ਨੂੰ ਇਹ ਕਹਿਣਾ ਕਿ ਪੰਥਕ ਏਕਤਾ ਲਈ ਸਾਰੇ ਅੱਗੇ ਵਧੀਏ। ਕੀ ਸ਼੍ਰੋਮਣੀ ਕਮੇਟੀ ਮਹਿਸੂਸ ਕਰਨ ਲੱਗੀ ਸੀ ਕਿ ਜਿਨ੍ਹਾਂ ਰਾਹਾਂ ਤੇ ਇਹ ਸਾਰੀ ਗੱਲਬਾਤ ਹੋ ਰਹੀ ਆ, ਗਿਆਨੀ ਹਰਪ੍ਰੀਤ ਸਿੰਘ ਕਿਸੇ ਵੇਲੇ ਵੀ ਕੋਈ ਆਦੇਸ਼ ਜਾਰੀ ਕਰ ਸਕਦੇ ਆ ਜਿਹਦੇ ਨਾਲ ਪੰਥਕ ਏਕਤਾ ਦੇ ਨਾਂ ਥੱਲੇ, ਜਿਵੇਂ ਕਿਸੇ ਸਮੇਂ ਭਾਈ ਪ੍ਰੋਫੈਸਰ ਮਨਜੀਤ ਸਿੰਘ ਨੇ ਕੀਤਾ, ਭਾਈ ਰਣਜੀਤ ਸਿੰਘ ਨੇ ਕੀਤਾ, ਕਿ ਉਹਨਾਂ ਲਾਈਨਾਂ ਦੇ ਉੱਤੇ ਚੱਲ ਕੇ ਗਿਆਨੀ ਹਰਪ੍ਰੀਤ ਸਿੰਘ ਕੋਈ ਸੰਕਟ ਖੜਾ ਵੀ ਕਰ ਸਕਦੇ ਸੀਗੇ ਪੰਥਕ ਏਕਤਾ ਦੇ ਨਾਂ ਤੇ? ਕਿਸੇ ਨੂੰ, ਅਕਾਲੀ ਦਲ ਨੂੰ ਕੋਈ ਬਹੁਤ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਸੀ। ਸੋ ਇਹ ਬੜੇ ਅਹਿਮ ਸਵਾਲ ਆ, ਪਰ ਮੇਰਾ ਸਵਾਲ ਸਭ ਤੋਂ ਅਹਿਮ ਤੁਹਾਡੇ ਕੋਲੇ ਹੀ ਰਹੂਗਾ। ਕਿਸੇ ਵੇਲੇ, ਜਿਵੇਂ ਹਿਸਟਰੀ ਆਪਣੇ ਆਪ ਨੂੰ ਦੁਹਰਾਉਂਦੀ ਹੈ, ਕਿਸੇ ਵੇਲੇ ਭਾਈ ਰਣਜੀਤ ਸਿੰਘ ਜਦੋਂ ਜੇਲ੍ਹ 'ਚ ਬੰਦ ਸੀ ਇੱਕ ਕਤਲ ਮਾਮਲੇ 'ਚ, ਨਿਰੰਕਾਰੀ ਕਤਲ ਮਾਮਲੇ 'ਚ, ਉਹਨਾਂ ਨੂੰ ਜਥੇਦਾਰ ਲਾਤਾ ਗਿਆ ਸੀ। ਉਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਵਿਅਕਤੀ ਅਹਿਮ ਜਗ੍ਹਾ ਤੇ ਸੀਗੇ ਔਰ ਉਹ ਪੰਥਕ ਮੰਨੇ ਜਾਂਦੇ ਸੀ, ਵੱਡੀ ਹਸਤੀ ਸੀ। ਲੇਕਿਨ ਦੂਜੇ ਬੰਨੇ ਅੱਜ ਬਲਵੰਤ ਸਿੰਘ ਰਾਜੋਆਣਾ ਉਹੋ ਜਿਹੀ ਸਥਿਤੀ ਦੇ ਵਿੱਚ ਹੀ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਲਈ ਉਡੀਕ ਰਹੇ ਨੇ। ਸੋ ਇਹ ਦੋ ਮਾਮਲਿਆਂ ਨੂੰ ਇਕੱਠਿਆਂ ਜੋੜ ਕੇ ਦੇਖੀਏ ਤਾਂ ਕੀ ਅੱਜ ਬਲਵੰਤ ਸਿੰਘ ਰਾਜੋਆਣਾ ਵੀ ਬਣਾਏ ਜਾ ਸਕਦੇ ਨੇ ਅਕਾਲ ਤਖਤ ਦੇ ਜਥੇਦਾਰ, ਤੇ ਕਿਸੇ ਗ੍ਰੰਥੀ ਸਿੰਘ ਜਿਹੜੇ ਸੀਨੀਅਰ ਹੋਣਗੇ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਸੌਂਪੀਆਂ ਜਾ ਸਕਦੀਆਂ? ਇਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਵਾਲਾ ਰੌਲਾ ਬਹੁਤ ਛੋਟਾ ਹੋ ਕੇ ਰਹਿ ਜਾਊਗਾ। ਬਲਵੰਤ ਸਿੰਘ ਰਾਜੋਆਣਾ ਦੇ ਉੱਤੇ ਦੂਜੀਆਂ ਧਿਰਾਂ ਨੂੰ ਵਿਰੋਧ ਕਰਨਾ ਕਾਫੀ ਟਫ ਹੋਊਗਾ। ਤੁਹਾਨੂੰ ਲੱਗਦਾ ਏਡਾ ਵੱਡਾ ਫੈਸਲਾ ਔਰ ਇਹ ਜਿਹੜਾ
ਔਰ ਇਹਦੇ ਵਿੱਚ ਇੱਕ ਬੜਾ ਵੱਡਾ ਸਵਾਲ ਆ ਰਿਹਾ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਆਪਣੇ ਹੀ ਜਾਲ 'ਚ ਆਪੇ ਫਸ ਗਿਆ? ਉਹ ਜਥੇਦਾਰ ਹੋ ਕੇ ਸਿਆਸਤ ਜ਼ਿਆਦਾ ਕਰ ਰਹੇ ਸੀਗੇ, ਉਹ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੇ ਯਤਨ ਦੇ ਵਿੱਚ ਕਿਸੇ ਦੇ ਵੀ ਨਹੀਂ ਬਣ ਸਕੇ। ਇਹ ਸਾਰੇ ਸਵਾਲ ਅੱਗੇ ਵਧਾਓ ਜਰਾ। ਰੰਧਾਵਾ, ਤੁਸੀਂ ਬੜੇ ਲੰਬੇ ਸਵਾਲ ਪੁੱਛ ਲਏ ਹੈ। ਦੇਖੋ, ਇੱਕ ਚੀਜ਼ ਤਾਂ ਬਹੁਤ ਕਲੀਅਰ ਹੈਗੀ ਹੈ। ਅੱਜ ਜਿਸ ਤਰ੍ਹਾਂ ਦੀ ਮੀਟਿੰਗ ਬੁਲਾਈ ਗਈ ਆ, ਆਪਾਤ ਮੀਟਿੰਗ ਜਿਹਨੂੰ ਅਸੀਂ ਕਹਿੰਦੇ ਆ, ਉਹਦੇ 'ਚ ਸਿਰਫ ਇੱਕ ਲਾਈਨ ਦਾ ਏਜੰਡਾ ਹੈ ਕਿ ਅਹਿਮ ਇਸ਼ੂਜ਼ ਤੇ ਚਰਚਾ ਹੋਣੀ ਹੈ। ਕਿਸੇ ਵੀ ਮੈਂਬਰਸ ਨੂੰ ਇਹ ਨਹੀਂ ਪਤਾ ਵੀ ਕਿਸ ਇਸ਼ੂ ਤੇ ਚਰਚਾ ਹੋਣੀ ਹੈ, ਤਾਂ ਕਿ ਉਹ ਤਿਆਰੀ ਤਾਂ ਘੱਟੋ ਘੱਟ ਕਰਕੇ ਆਣ। ਇਹ ਪਤਾ ਨਹੀਂ ਕੀ ਹੋ ਗਿਆ, ਹਰ ਜਗ੍ਹਾ ਤੇ ਹੀ ਇਸ ਤਰ੍ਹਾਂ ਦਾ ਹੋਣ ਲੱਗਿਆ। ਚਾਹੇ ਉਹ ਸਰਕਾਰਾਂ ਸੈਸ਼ਨ ਬੁਲਾਉਣ ਤਾਂ ਵੀ ਇੱਕ ਲਾਈਨ ਦੇ ਏਜੰਡੇ, ਜੇ ਹੁਣ ਧਾਰਮਿਕ ਜਿਹੜੀਆਂ ਸੰਗਠਨ ਨੇ ਜਿਹੜੇ, ਉਹ ਵੀ ਮਿੰਨੀ ਪਾਰਲੀਮੈਂਟ ਸਾਡੀ ਕਹੀ ਜਾਂਦੀ ਹੈ, ਉਹ 'ਚ ਵੀ ਇੱਕ ਲਾਈਨ ਦਾ ਏਜੰਡਾ। ਤਾਂ ਜਦੋਂ ਏਜੰਡਾ ਇੱਕ ਲਾਈਨ ਦਾ ਹੈ, ਤਾਂ ਇਹਦਾ ਮਤਲਬ ਇਹ ਹੈਗਾ ਕਿ ਪਿੱਛੋਂ ਕੁਝ ਇਸ ਤਰ੍ਹਾਂ ਦਾ ਆਰਡਰ ਹੈਗਾ ਜਿਹਨੂੰ ਸਿਰਫ ਅਮਲੀ ਜਾਮਾ ਪਹਿਨਾਣਾ। ਤਾਂ ਉਦੋਂ ਇਹ ਗੱਲਾਂ ਜ਼ਿਆਦਾ ਉੱਭਰ ਕੇ ਸਾਹਮਣੇ ਆ ਜਾਂਦੀਆਂ ਨੇ ਕਿ ਤੈਅ ਆਲਰੇਡੀ ਹੋ ਚੁੱਕਿਆ, ਉਹਨੂੰ ਸਿਰਫ ਕਿਵੇਂ ਮੋਹਰ ਲਗਾ ਕੇ ਲੋਕਾਂ 'ਚ ਛੱਡ ਦੇਣਾ, ਇਹੀ ਫਾਰਮੈਲਿਟੀ ਜਿਹੜੀ ਹੈ ਉਹ ਪੂਰੀ ਕਰਨੀ ਹੈ। ਸੋ ਮੈਨੂੰ ਜਿਹੜੀ ਤੁਸੀਂ ਕਾਫੀ ਸਵਾਲ ਕੀਤੇ ਹੈ, ਉਹਦੇ 'ਚ ਬਿਲਕੁਲ ਇਹ ਕੋਈ ਜਿਵੇਂ ਕਹਿੰਦੇ ਅਤਿਸ਼ੋਕਤੀ ਨਹੀਂ ਹੋਗੀ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਤਾਰ ਕੇ, ਕਿਉਂਕਿ ਉਹਨਾਂ ਨੂੰ ਲਗਾਤਾਰ ਪਿਛਲੇ ਆਪਾਂ ਇਸ ਪ੍ਰੋਗਰਾਮ 'ਚ 3-4 ਵਾਰ ਡਿਸਕਸ ਕਰ ਚੁੱਕੇ ਹਾਂ ਕਿ ਲਗਾਤਾਰ ਉਹਨਾਂ ਨੂੰ ਉਤਾਰਨ ਦੇ ਯਤਨ ਕੀਤੇ ਜਾ ਰਹੇ ਹਨ, ਲੇਕਿਨ ਕੋਈ ਨਾ ਕੋਈ ਧਿਰਾਂ ਜਿਹੜੀਆਂ ਇਹਦਾ ਵਿਰੋਧ ਕਰ ਦਿੰਦੀਆਂ ਤੇ ਫਿਰ ਉਹ ਠੰਡਾ ਪੈ ਜਾਂਦਾ ਹੈ, ਫਿਰ ਅੱਗੇ ਤੋਂ ਦੁਬਾਰਾ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ। ਸੋ ਇਹ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਜਦੋਂ ਨਾ ਤਾਂ ਸੁਖਬੀਰ ਬਾਦਲ ਹੋਣੀ ਇੱਥੇ ਹੈਗੇ ਆ, ਨਾ ਹੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਇੱਥੇ ਹੈਗੇ ਆ, ਸੋ ਉਹਨਾਂ ਦੀ ਐਬਸੈਂਸ ਦੇ ਵਿੱਚ ਅਚਾਨਕ 72 ਘੰਟੇ ਦਾ ਨੋਟਿਸ ਦੇ ਕੇ ਬਿਨਾਂ ਏਜੰਡੇ ਦੀ ਇਬਾਰਤ ਦਿੱਤਿਆਂ ਇਹ ਕਮੇਟੀ ਦੀ ਮੀਟਿੰਗ ਬੁਲਾਣਾ, ਇਸ ਤੋਂ ਲੱਗਦਾ ਕਿ ਕੋਈ ਵੱਡੀ ਚੀਜ਼ ਹੋਣ ਵਾਲੀ ਹੈ। ਚਾਹੇ ਬੇਸ਼ੱਕ ਹਜੇ ਚਰਚਾ ਦੇ ਲੈਵਲ ਤੇ ਹੋਵੇ, ਲੇਕਿਨ ਹੋਣ ਵਾਲੀ ਹੈ। ਔਰ ਉਹ ਜਿਹੜੀ ਚਰਚਾ ਹੋਣੀ ਹੈ ਉਹਦੇ ਤੋਂ ਬਾਅਦ ਜਿਹੜਾ, ਕਿਉਂਕਿ ਜੇ ਅਗਰ ਉਤਾਰ ਦਿੱਤਾ ਜਾਂਦਾ ਹੈ ਤਾਂ ਨੋ ਡਾਊਟ ਕਿ ਬਹੁਤ ਸਾਰੀ ਜਿਹੜੀ ਆਪਾਂ ਕਹਿੰਦੇ ਵੀ ਅਕਾਲੀ ਧਿਰਾਂ ਦੇ ਵਿੱਚ ਜਾਂ ਸਿੱਖ ਸਾਈਕੀ ਦੇ ਵਿੱਚ ਬਹੁਤ ਸਾਰਾ ਇਸ ਤਰ੍ਹਾਂ ਦਾ ਵਿਰੋਧ ਹੈ ਜਿਹੜਾ ਬਾਦਲ ਪਰਿਵਾਰ ਨੂੰ ਸਹਿਣਾ ਹੀ ਪਏਗਾ। ਤਾਂ ਫਿਰ ਇੱਕ ਜਿਹੜਾ ਆਪਾਂ ਕਹਿੰਦੇ ਸਮਾਧਾਨ ਹੱਲ ਇੱਕ ਇਹ ਹੁੰਦਾ ਕਿ ਤੁਸੀਂ ਇੱਕ ਲਾਈਨ ਹੋਰ ਐਡੀ ਵੱਡੀ ਖਿੱਚ ਦਿਓ ਕਿ ਇਸ ਤੇ ਗੱਲ ਹੀ ਨਾ ਜਾਏ। ਜਿਵੇਂ ਤੁਸੀਂ ਰਾਜੋਆਣਾ ਸਾਹਿਬ ਦੀ ਗੱਲ ਕੀਤੀ ਕਿ ਰਾਜੋਆਣਾ ਨੂੰ ਸੇਮ ਉਸੇ ਪੈਟਰਨ ਤੇ ਜਿਸ ਤਰ੍ਹਾਂ ਗਿਆਨੀ ਜਥੇਦਾਰ ਰਣਜੀਤ ਸਿੰਘ ਨੂੰ ਬਣਾਇਆ ਸੀਗਾ 90s ਦੇ ਵਿੱਚ, ਕਿ ਉਸੇ ਤਰ੍ਹਾਂ ਹੀ ਦਾ ਕੋਈ ਫੈਸਲਾ ਅੱਜ ਤਾਂ ਨਹੀਂ ਲਿਆ ਜਾ ਸਕਦਾ। ਜੇ ਲੈ ਲਿਆ ਜਾਂਦਾ ਤਾਂ ਮੈਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੀ ਹਟਾਉਣ ਦੀ ਫਿਰ ਕਵਾਇਦ ਹੈ ਉਹ ਬਹੁਤ ਛੋਟੀ ਹੋ ਜਾਏਗੀ। ਸਾਰੀ ਜਿਹੜੀ ਗੱਲਬਾਤ ਦਾ ਜਿਹੜਾ ਉਹ ਚਰਚਾ ਹੋਏਗੀ ਫਿਰ ਉਹ ਬਲਵੰਤ ਸਿੰਘ ਰਾਜੋਆਣਾ ਨੂੰ ਦੇ ਉੱਤੇ ਫੋਕਸ ਹੋ ਜਾਏਗਾ ਤੇ ਉਹ ਪਿੱਛੇ ਰਹਿ ਜਾਏਗਾ। ਤੇ ਇਹ ਸੰਭਵ ਹੈ, ਜੋ ਤੁਸੀਂ ਗੱਲ ਕੀਤੀ ਹੈ, ਮੈਨੂੰ ਲੱਗਦਾ ਵੀ ਇਹ ਸੰਭਵ ਹੈ ਔਰ ਇਹੀ ਉਹਦਾ ਇਹ ਹੋਈ, ਕਿਉਂਕਿ ਦੇਖੋ ਪਿਛਲੇ ਟਾਈਮ ਤੋਂ ਕਾਫੀ ਯਾਨੀ ਹਰਪ੍ਰੀਤ ਸਿੰਘ ਤੋਂ ਅਸੀਂ ਖਾਸ ਤੌਰ ਤੇ ਅਕਾਲੀ ਦਲ ਬਾਦਲ ਪਰਿਵਾਰ ਨੇ ਬਹੁਤ ਤਵੱਕੋ ਰੱਖੀ ਹੋਈ ਹੈ ਕਿ ਚਾਹੇ ਉਹਨਾਂ ਨੂੰ ਇਸ਼ੂ ਪਿਛਲੇ ਜਿਹੜੇ ਇਸ਼ੂਜ਼ ਹੋਏ ਨੇ ਉਹਨਾਂ ਤੇ ਮਾਫੀ ਦਿਵਾਉਣ ਦਾ ਮਾਮਲਾ ਹੋਏ, ਚਾਹੇ ਕੁਝ ਹੋਰ ਹੋਵੇ, ਉਹਨੇ ਕਈ ਮੀਟਿੰਗਾਂ ਜਥੇਦਾਰ ਸਾਹਿਬ ਨੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ, ਪਰ ਉਹ ਸਿਰੇ ਨਹੀਂ ਚੜ ਪਾ ਰਹੀਆਂ। ਸੋ ਮੈਨੂੰ ਲੱਗਦਾ ਕਿ ਅਕਾਲੀ ਦਲ ਉਸ ਤੋਂ ਨਾਖੁਸ਼ ਤਾਂ ਫਿਰ ਹੈ ਹੀ ਹੈ। ਦੂਸਰਾ, ਜੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਮਤਲਬ ਕੰਮਕਾਜ ਨੂੰ ਵੀ ਦੇਖੋ ਤਾਂ ਵੀ ਉਹ ਕਿਸੇ ਗੱਲ ਨੂੰ ਛੇੜਦੇ ਤਾਂ ਬਹੁਤ ਅੱਛੀ ਤਰ੍ਹਾਂ ਹੈ, ਜਿਹਨੂੰ ਆਪਾਂ ਕਹਿੰਦੇ ਕਿ ਵੀ ਹਾਂ ਉਹ ਬਹੁਤ ਵਧੀਆ ਢੰਗ ਨਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਆ। ਚਾਹੇ ਦਮਦਮਾ ਸਾਹਿਬ ਵਾਲੀ ਮੀਟਿੰਗ ਹੋਵੇ, ਤੁਸੀਂ ਦੇਖੋ ਉਹਨਾਂ ਨੇ ਕਿੰਨੀ ਪੱਤਰਕਾਰਾਂ ਨੂੰ ਜਾਂ ਹੋਰ ਬੁੱਧੀਜੀਵੀਆਂ ਨੂੰ ਉੱਥੇ ਬੁਲਾਇਆ ਔਰ ਕਿਹਾ ਕਿ ਅਸੀਂ ਮੀਡੀਆ ਦੇ ਉੱਤੇ ਹਮਲਾ ਨਹੀਂ ਹੋਣ ਦੇਵਾਂਗੇ, ਇੱਕ ਕਮੇਟੀ ਬਣਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਆਪਣਾ ਚੈਨਲ ਹੋਵੇ, ਕਿੰਨਾ ਕੁਝ ਆਇਆ। ਲੇਕਿਨ ਅੱਜ ਤੁਸੀਂ ਦੇਖੋ ਵੀ ਅਸੀਂ ਕਿੱਥੇ ਖੜੇ ਆ, ਉਹ ਜ਼ੀਰੋ ਦੇ ਉੱਤੇ ਹੀ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਹੋਰ ਤੁਸੀਂ ਇਸ਼ੂਜ਼ ਲੈ ਸਕਦੇ ਹੋ। ਉਹ ਸ਼ੁਰੂ ਤੋਂ ਬਹੁਤ ਅੱਛਾ ਕਰਦੇ ਆ, ਲੇਕਿਨ ਉਹਨੂੰ ਕਿਸੇ ਕਨਕਲੂਡ ਲੈਵਲ ਤੇ ਨਹੀਂ ਪਹੁੰਚਾਉਂਦੇ। ਸੋ ਮੈਨੂੰ ਲੱਗਦਾ ਕਿ ਉਹ ਵੀ ਜੇ ਤੀਸਰੀ ਗੱਲ ਜਿਹੜੀ ਤੁਸੀਂ ਕਹੀ ਉਹ ਹੈ ਪੰਥਕ ਧਿਰਾਂ ਨੂੰ ਜੋੜਨਾ। ਇਹ ਬਹੁਤ ਅਹਿਮ ਸਵਾਲ ਇਸ ਟਾਈਮ ਆਇਆ ਹੋਇਆ, ਉਹ ਵੀ ਉਦੋਂ ਜਦੋਂ ਮੁਤਵਾਜੀ ਜਥੇਦਾਰ ਜਿਹੜੇ ਹੈਗੇ ਆ ਧਿਆਨ ਸਿੰਘ ਮੰਡ ਹੋਰਾਂ ਦੀ ਚਿੱਠੀ ਹੁਣੀ 2 ਦਿਨ ਪਹਿਲਾਂ ਮੀਡੀਆ ਦੇ ਵਿੱਚ ਨਸ਼ਰ ਹੋਈ ਹੈ ਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ, ਵੀ ਆਪਾਂ ਹਮ ਰੁਤਬਾ ਤਾਂ ਮੈਨੂੰ ਉਹ ਸ਼ਬਦ ਇੱਕ ਬੜਾ ਉਹ ਲੱਗਿਆ ਕਿ ਹਮ ਰੁਤਬਾ ਤਾਂ ਕਿਵੇਂ ਹੋ ਸਕਦਾ ਜਦੋਂ ਜਿਹੜੀ ਇੱਕ ਪੰਥਕ ਉਹ ਜਮਾਤ ਹੈ ਉਹਦੇ ਵਿੱਚ ਤਾਂ ਹਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਉਹ ਵੀ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਨਾਲੇ ਜੀ ਅਕਾਲ ਤਖਤ ਸਾਹਿਬ 2 ਨੇ ਜਿਹੜੇ ਤੁਸੀਂ ਹਮ ਰੁਤਬਾ ਹੋ ਸਕਦੇ, ਇਹ ਕੀ 2 ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕਾਊਂਟਰਪਾਰਟ ਜਿਹੜੇ, ਜਦੋਂ ਤੁਸੀਂ
ਇੱਕ ਜਥੇਦਾਰ, ਉਹ ਜਥੇਦਾਰ ਨੂੰ ਤੁਸੀਂ ਮੰਨ ਨਹੀਂ ਰਹੇ, ਤੁਸੀਂ ਕਹਿੰਦੇ ਹੋ ਅਸੀਂ ਸਰਬੱਤ ਖਾਲਸਾ ਰਾਹੀਂ ਆਉਂਦੇ ਆ, ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੁੰਦੇ ਆ, ਅਚਨਚੇਤ ਤੁਸੀਂ ਉਹਨਾਂ ਨੂੰ ਹਮ ਰੁਤਬਾ ਕਹਿੰਦੇ ਹੋ। ਇਹ ਇਬਾਰਤ ਮੰਡ ਸਾਹਿਬ ਦੀ ਹੈ ਜਾਂ ਕਿਸੇ ਨੇ ਲਿਖਵਾਈ ਹੈ? ਉਹਨਾਂ ਨੂੰ ਜਿਹਨੇ ਲਿਖਵਾਈ ਆ ਉਹਦੀ ਸਮਝ ਤੇ ਵੀ ਤਰਸ ਆਉਂਦਾ। ਫਿਰ ਇਹ ਸਵਾਲ ਤਾਂ ਹੈਗੇ ਆ। ਦੂਜੀ ਗੱਲ ਇਹ ਵੀ ਬੜੀ ਅਹਿਮ ਆ ਕਿ ਕੀ ਜਦੋਂ ਬਲਵੰਤ ਸਿੰਘ ਰਾਜੋਆਣਾ ਦੇ ਉੱਤੇ ਕੇਂਦਰ ਕੋਈ ਫੈਸਲਾ ਨਹੀਂ ਲੈ ਰਿਹਾ, ਸੁਪਰੀਮ ਕੋਰਟ ਬਿਲਕੁਲ ਸਾਫ਼ ਕਰ ਦਿੰਦੀ ਹੈ ਕਿ ਅਸੀਂ ਇੱਥੇ ਫੈਸਲਾ ਨਹੀਂ ਲੈ ਰਹੇ, ਅਸੀਂ ਤੁਹਾਡੇ ਤੇ ਛੱਡ ਰਹੇ ਹਾਂ, ਔਰ ਕੇਂਦਰ ਜਿਹੜਾ ਉਹ ਬਿਲਕੁਲ ਚੁੱਪ ਕਰ ਜਾਂਦਾ ਹੈ। ਦੂਜੇ ਬੰਨੇ ਉਹ ਸਿੱਖਾਂ ਨੂੰ ਖੁਸ਼ ਵੀ ਕਰਨਾ ਚਾਹ ਰਿਹਾ। ਇਸ ਅਕਾਲੀ ਦਲ ਦੀ ਔਰ ਸ਼੍ਰੋਮਣੀ ਕਮੇਟੀ ਦੀ ਇੱਕ ਮੂਵ ਹੋ ਸਕਦੀ ਆ ਕਿ ਜਿਵੇਂ ਭਾਈ ਰਣਜੀਤ ਸਿੰਘ ਨੂੰ ਉਸ ਸਜ਼ਾ ਯਾਫਤਾ ਸਮੇਂ ਦੌਰਾਨ ਉਹਨਾਂ ਨੂੰ ਲਾਤਾ ਗਿਆ ਸੀ ਤੇ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਸੀ, ਕੀ ਰਾਜੋਆਣਾ ਨੂੰ ਵੀ ਇਸ ਤਰ੍ਹਾਂ ਦੀ ਨਿਯੁਕਤੀ ਦੇ ਕੇ ਤੇ ਕੇਂਦਰ ਲਈ ਇੱਕ ਬਹੁਤ ਵੱਡਾ ਸੰਕਟ ਖੜਾ ਕਰਤਾ ਜਾਵੇ ਕਿ ਜਿਹੜੇ ਸਿੱਖ ਸਭਾ ਚ ਸੁਪਰੀਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਸੀਂ ਜੇਲ੍ਹ ਚ ਕਿਵੇਂ ਢੱਕ ਸਕਦੇ ਹੋ, ਜਦੋਂ ਕਿ ਉਹ ਹੱਕਦਾਰ ਹੈ, ਉਹਦੀ ਪਟੀਸ਼ਨ ਜਿਹੜੀ ਹੈ ਮਰਸੀ ਹੈ, ਉਹਦੇ ਤੇ ਫੈਸਲਾ ਹੋਣਾ ਚਾਹੀਦਾ ਹੈ। ਔਰ ਜੇਕਰ ਫੈਸਲਾ ਹੋ ਜਾਂਦਾ ਹੈ ਤੇ ਜਿਹੜੀ ਉਹਨਾਂ ਨੇ ਸਜ਼ਾ ਉਮਰ ਕੈਦ ਵਰਗੀ ਹੁੰਦੀ ਹੈ, ਜੇ ਉਮਰ ਕੈਦ ਤਬਦੀਲ ਉਨੀ ਉਹ ਸਜ਼ਾ ਕੱਟ ਚੁੱਕਿਆ, ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਇੱਕ ਮੂਵ ਹੋ ਸਕਦਾ ਹੈ। ਇਹਨੂੰ ਜ਼ਰੂਰ ਟੱਚ ਕਰ ਦਿਓ, ਭਾਸਕਰ ਸਾਹਿਬ ਨੂੰ ਫਿਰ ਨਾਲ ਲੈ ਲਈ। ਰੰਧਾਵਾ ਸਾਹਿਬ ਤੁਹਾਡੀ ਠੀਕ ਹੈ ਗੱਲ ਕਿ ਇਹ ਮੂਵ ਹੋ ਸਕਦੀ ਹੈ ਔਰ ਇਹ ਬੜੀ ਅਹਿਮ ਮੂਵ ਹੈ, ਕਿਉਂਕਿ ਬਹੁਤ ਟਾਈਮ ਤੋਂ ਦੇਖੋ ਜਦੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਉਤਸਵ ਸੀ ਉਦੋਂ ਵੀ ਇਹ ਕਿਹਾ ਗਿਆ ਸੀ ਵੀ ਜਿਹੜੇ ਕੈਦੀ ਹੈਗੇ ਆ ਜਿਹੜੇ ਜੇਲ੍ਹਾਂ 'ਚ ਬੰਦ ਆ ਉਹਨਾਂ ਨੂੰ ਛੱਡਿਆ ਜਾਏਗਾ ਤੇ ਰਾਜੋਆਣਾ ਦੀ ਜਿਹੜੀ ਫਾਂਸੀ ਸੀ ਉਹਨੂੰ ਤੋੜ ਕੇ ਜਿਹੜਾ ਹੈਗਾ ਆਪਣੀ ਇਹ ਬਣਾਈ ਜਾਏਗੀ ਉਮਰ ਕੈਦ ਦੀ, ਪਰ ਉਹ ਵੀ ਹਜੇ ਤੱਕ ਕਰਕੇ ਵੀ ਉਹ ਹਜੇ ਤੱਕ ਸਿਰੇ ਨਹੀਂ ਚੜੀ ਹੈ। ਸੋ ਗੱਲਾਂ ਉੱਥੇ ਲਟਕੀਆਂ ਪਈਆਂ ਨੇ। ਬਹੁਤ ਹੋ ਸਕਦਾ ਕਿ ਕੋਈ ਇਹਦੇ 'ਚ ਕਾਨੂੰਨੀ ਪੇਚੀਦਗੀਆਂ ਵੀ ਹੋਣ ਤੇ ਪਰ ਜਿਸ ਤਰ੍ਹਾਂ ਦੀ ਅਕਾਲੀ ਦਲ ਨੇ ਇਹ ਮੂਵ ਸ਼ੁਰੂ ਕੀਤੀ ਹੈ SGPC ਰਾਹੀਂ, ਉਹ ਮੈਨੂੰ ਲੱਗਦਾ ਕਿ ਬਹੁਤ ਇੰਪੋਰਟੈਂਟ ਹੈ। ਔਰ ਜੇ ਰਾਜੋਆਣਾ ਸਾਹਿਬ ਨੂੰ ਬਣਾਤਾ ਜਾਂਦਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਤਾਂ ਇਹ ਮੁਸ਼ਕਿਲ ਤਾਂ ਹੋ ਹੀ ਜਾਏਗੀ ਦੂਜੀਆਂ ਧਿਰਾਂ ਵਾਸਤੇ, ਚਾਹੇ ਉਹ ਸੈਂਟਰ ਗਵਰਨਮੈਂਟ ਹੋਏ, ਚਾਹੇ ਜਿਹੜੀਆਂ ਵੀ ਇਸ ਗੱਲ ਦਾ ਵਿਰੋਧ ਕਰਨਗੀਆਂ, ਕਿਉਂਕਿ ਕਾਂਗਰਸ ਵੀ ਇਹ ਗੱਲ ਦਾ ਜ਼ੋਰਦਾਰ ਵਿਰੋਧ ਤਾਂ ਕਰੇਗੀ। ਬਿਲਕੁਲ, ਰਵਨੀਤ ਬਿੱਟੂ ਇਹਦਾ ਬਹੁਤ ਵਿਰੋਧ ਕਰਦੇ ਰਹੇ ਨੇ ਪਹਿਲਾਂ। ਭਾਸਕਰ ਸਾਹਿਬ, ਜਦੋਂ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਆਪਣੀ ਫੇਸਬੁੱਕ ਦੀਵਾਰ ਤੇ ਇਹ ਲਿਖਿਆ ਗਿਆ ਸੀਗਾ ਕਿ ਵੀਰ ਜੀ ਦੀ ਜਿਹੜੀ ਪਟੀਸ਼ਨ ਹੈ ਫਿਰ ਸ਼੍ਰੋਮਣੀ ਕਮੇਟੀ ਨੂੰ ਵਾਪਸ ਲੈਣ ਲਈ ਕਹੋ, ਔਰ ਉਹ ਉਹਨਾਂ ਦੇ ਹਵਾਲੇ ਨਾਲ ਹੀ, ਰਾਜੋਆਣਾ ਦੇ ਹਵਾਲੇ ਨਾਲ ਹੀ ਉਹ ਪੋਸਟ ਲਿਖੀ ਗਈ ਸੀ ਕਿ ਤੁਸੀਂ ਖਾਓ ਲੱਡੂ, ਸੱਤਾਧਾਰੀਆਂ ਕੋਲੇ ਜਾ ਕੇ ਤੇ ਪਾਓ ਭੰਗੜੇ ਤੇ ਲਓ Z+ ਸਿਕਿਉਰਟੀਆਂ। ਇਹ ਇੱਕ ਬੜਾ ਵੱਡਾ ਹਮਲਾ ਸੀ ਔਰ ਬੜਾ ਸੋਚਿਆ ਸਮਝਿਆ ਮੂਵ ਸੀਗਾ। ਤੇ ਕੀ ਅੱਜ ਉਸੇ ਦਿਸ਼ਾ 'ਚ ਗੱਲਾਂ ਅੱਗੇ ਵਧਣ ਦੀ ਗੁੰਜਾਇਸ਼ ਰੱਖੀ ਜਾ ਸਕਦੀ, ਵੇਖੀ ਜਾ ਸਕਦੀ ਹੈ? ਕਿਉਂਕਿ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਇਸ ਸਥਿਤੀ 'ਚ ਨਹੀਂ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਮੌਕੇ ਤੇ ਹੀਰੋ ਬਣ ਜਾਣ ਜੇ ਉਹਨਾਂ ਨੂੰ ਪਾਸੇ ਕੀਤਾ ਜਾਂਦਾ ਹੈ, ਔਰ ਇੱਕ ਵਾਰੀ ਫਿਰ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਵੱਲੋਂ ਐਸੇ ਫੈਸਲੇ ਲਏ ਜਾਣ ਦਾ ਰੌਲਾ ਪੈ ਜੇ। ਅੰਦਰਪ੍ਰੀਤ ਜੀ ਨੇ ਗੱਲ ਵਧੀਆ ਕਰਤੀ ਹੈ ਕਿ ਜੇ ਪਹਿਲੀ ਲੀਕ ਨਾਲੋਂ ਲੀਕ ਲੰਬੀ ਖਿੱਚਤੀ ਜਾਵੇ ਤਾਂ ਫਿਰ ਲੰਬੀ ਲੀਕ ਦਾ ਰੌਲਾ ਵੱਧ ਜਾਂਦਾ ਹੈ, ਪਹਿਲੀ ਲੀਕ ਵੱਲ ਕੋਈ ਜਾਂਦਾ ਹੀ ਨਹੀਂ। ਸੋ ਇਹ ਬਹੁਤ ਅਹਿਮ ਦਿਨ ਅੱਜ ਤੇ ਬਹੁਤ ਵੱਡੀ ਮੂਵ ਹੋ ਸਕਦੀ। ਜੇ ਅਗਰ ਪੂਰੀ ਟਾਈਮਲਾਈਨ ਨੂੰ ਦੇਖੀਏ ਔਰ ਅੱਜ ਜਿਹੜੀ ਹੋਣ ਵਾਲੀ ਮੀਟਿੰਗ ਹੈ ਉਸ ਤੋਂ ਪਹਿਲੇ ਵੀ ਇੱਕ ਇਸ ਤਰ੍ਹਾਂ ਦੀ ਮੀਟਿੰਗ ਬੁਲਾਈ ਗਈ ਸੀ ਔਰ ਉਸ ਮੀਟਿੰਗ ਤੋਂ ਪਹਿਲੇ ਚਰਚਾ ਇਹ ਸੀਗਾ ਕਿ ਜਥੇਦਾਰ ਸਾਹਿਬ ਜਾਂ ਤਾਂ ਰਿਜ਼ਾਈਨ ਕਰ ਸਕਦੇ ਨੇ ਜਾਂ ਉਹਨਾਂ ਨੂੰ ਬਦਲਿਆ ਜਾ ਸਕਦਾ। ਲਾਸਟ ਮਿੰਟ ਤੇ ਕਥਿਤ ਤੌਰ ਤੇ ਹੀ ਕਵਾਂਗੇ ਕਿਉਂਕਿ ਇਹ ਸਾਨੂੰ ਸੂਤਰਾਂ ਤੇ ਹਵਾਲੇ ਤੋਂ ਖਬਰ ਮਿਲੀ ਸੀ ਕਿ ਉਹ ਫੈਸਲਾ ਚੇਂਜ ਕਰ ਦਿੱਤਾ ਗਿਆ, ਕੁਝ ਫੈਸਲੇ ਲਿੱਤੇ ਗਏ। ਉਹਨਾਂ ਫੈਸਲਿਆਂ ਦੇ ਵਿੱਚ ਉਹ ਗੱਲ ਨਹੀਂ ਸੀ ਜਿਹਦੇ ਕਰਕੇ ਉਹ ਐਗਜ਼ੀਕਿਊਟਿਵ ਮੀਟਿੰਗ ਇੱਕ ਅਰਜੈਂਟ ਨੋਟਿਸ ਤੇ ਬੁਲਾਈ ਗਈ ਸੀ। ਅੱਜ ਫਿਰ ਮੀਟਿੰਗ ਦਾ ਬੁਲਾਇਆ ਜਾਣਾ ਔਰ ਉਸ ਤੋਂ ਪਹਿਲੇ ਟਾਈਮਲਾਈਨ ਨੂੰ ਦੇਖੋ, ਜਿਸ ਤਰੀਕੇ ਨਾਲ ਅੰਮ੍ਰਿਤਪਾਲ ਦੇ ਮੁੱਦੇ ਤੇ ਸਰਬੱਤ ਖਾਲਸਾ ਬੁਲਾਏ ਜਾਣ ਦੀ ਉਹ ਮੰਗ ਔਰ SGPC ਦੇ ਵੱਖਰੇ ਚੈਨਲ ਖੋਲਣ ਦੀ ਉਹ ਇੱਕ ਤਰੀਕੇ ਨਾਲ ਜਥੇਦਾਰ ਸਾਹਿਬ ਦੀ ਅਨਾਉਂਸਮੈਂਟ। ਫਿਰ 6 ਜੂਨ ਨੂੰ ਜਥੇਦਾਰ ਸਾਹਿਬ ਦਾ ਆਪਣੇ ਸੰਬੋਧਨ ਦੇ ਵਿੱਚ ਇਹ ਕਹਿਣਾ ਕਿ ਆਪਾਂ ਸਰਕਾਰਾਂ ਵੱਲ ਨਹੀਂ ਦੇਖਾਂਗੇ ਜਸਟਿਸ ਵਾਸਤੇ। ਔਰ ਉਸ ਤੋਂ ਬਾਅਦ ਰਾਜੋਆਣਾ ਸਾਹਿਬ ਦੀ ਭੈਣ ਦੀ ਜਿਹੜੀ ਉਹ ਫੇਸਬੁੱਕ ਵਾਲ ਤੇ ਲਿਖੀ ਹੋਈ ਉਹ ਗੱਲਾਂ ਕਿ ਵੀ ਲੱਡੂ ਖਾਓ, ਬਰਾਤਾਂ ਭੰਗੜੇ ਪਾਓ ਤੇ Z+ ਸਿਕਿਉਰਿਟੀ ਮਾਨੋ, ਯਾਨੀ ਕਦੀ ਵੀ, ਕਿਉਂਕਿ ਅਕਾਲੀ ਦਲ ਕਹੋ ਜਾਂ SGPC ਕਹੋ ਜਾਂ ਜਥੇਦਾਰ ਸਾਹਿਬ ਨੂੰ ਹਟਾਉਣ ਦੀ ਗੱਲ ਆਉਂਦੀ ਹੈ ਨਾ ਤੇ ਡਰ ਲੱਗਦਾ ਹੈ ਕਿ ਰੋਲਾ ਨਾ ਪੈ ਜਾਏ, ਕੌਮ ਦੇ ਵਿੱਚ ਸਾਡੀ ਖਿਲਾਫਤ ਨਾ ਹੋ ਜਾਏ, ਕਿ ਕਿਤੇ ਅਸੀਂ ਕੋਈ ਬਹੁਤ ਵੱਡਾ ਫੈਸਲਾ ਲਈਏ ਔਰ ਉਹ ਸਾਡੇ ਹੀ ਖਿਲਾਫ ਚਲੇ ਜਾਏ। ਇਹ ਫੈਸਲਾ ਮਿੱਥ ਕੇ ਲਿੱਤਾ ਗਿਆ ਉਸ ਫੇਸਬੁੱਕ ਵਾਲ ਤੋਂ। ਇੱਕ ਤਰੀਕੇ ਨਾਲ ਸੂਹ ਲੱਗਦੀ ਹੈ ਕਿ ਅੱਜ ਹੋਣਾ ਕੀ ਲੱਗ ਰਿਹਾ। ਜਿਹੜੀ ਤੁਸੀਂ ਗੱਲ ਵੀ ਕੀਤੀ ਹੈ ਕਿ ਰਾਜੋਆਣਾ ਸਾਹਿਬ ਨੂੰ ਬਣਾਇਆ ਜਾ ਸਕਦਾ ਹੈ ਅਕਾਲ ਤਖਤ ਦਾ ਜਥੇਦਾਰ, ਏਦਾਂ ਪਹਿਲੇ ਵੀ ਹੋ ਚੁੱਕਿਆ ਹੈ।
ਜਦ ਰਣਜੀਤ ਸਿੰਘ ਉਹਨਾਂ ਨੂੰ ਬਣਾਇਆ ਸੀਗਾ ਜਥੇਦਾਰ, ਤਦ ਵੀ ਉਹ ਜੇਲ੍ਹ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਵੀ ਹੁੰਦੀ ਹੈ। ਅੱਜ ਵੀ ਕੁਝ ਐਦਾਂ ਦਾ ਹੋ ਸਕਦਾ ਜਿਹਦੇ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਕੌਮ ਦੇ ਵਿੱਚ ਕੋਈ ਰੋਲਾ ਨਾ ਪਏ, ਕੋਈ ਵਿਰੋਧ ਨਾ ਹੋਏ। ਇਹਦੀ ਇੱਕ ਤਰਕੀਬ। ਜੀ ਕੁਝ ਕਹਿ ਰਹੇ ਹੋ ਤੁਸੀਂ? ਮੈਂ ਇਹਦੇ ਚ ਭਾਸਕਰ ਸਾਹਿਬ ਸਵਾਲ ਜੋੜ ਦੇਣਾ ਚਾਹੁੰਦਾ ਹੈ ਕਿ ਜਦੋਂ ਜਿਹੜੀ ਦਮਦਮੀ ਟਕਸਾਲ ਵਰਗੀ ਸੰਸਥਾ ਜਿਹੜੀ ਲਗਾਤਾਰ ਅਕਾਲੀ ਦਲ ਨਾਲ ਖੜੀ ਹੈ ਔਰ ਸ਼੍ਰੋਮਣੀ ਕਮੇਟੀ ਨੂੰ ਮੌਕਾ ਬਾ ਮੌਕਾ ਮਦਦ ਕਰਦੀ ਰਹਿੰਦੀ ਹੈ, ਉਹਦੇ ਕਰਤਾ ਧਰਤਾ ਨੇ ਭਾਈ ਹਰਨਾਮ ਸਿੰਘ ਧੁੰਮਾ ਅਕਸਰ ਫੈਸਲਾਕੁੰਨ ਰਹਿੰਦੇ ਨੇ ਇਸ ਤਰ੍ਹਾਂ ਦੇ ਧਾਰਮਿਕ ਮਾਮਲਿਆਂ 'ਚ, ਰਾਜਨੀਤਿਕ ਮਾਮਲਿਆਂ 'ਚ ਵੀ ਉਹ ਅਕਾਲੀ ਦਲ ਦੇ ਨਾਲ ਖੜੇ ਰਹਿੰਦੇ ਆ। 6 ਤਰੀਕ ਵਾਲੇ ਦਿਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਉੱਥੇ ਨਾ ਜਾਣਾ, ਅਕਸਰ ਸਿੰਘ ਸਾਹਿਬ ਘੱਲੂਘਾਰਾ ਦਿਵਸ ਨੂੰ ਕਿਹਾ ਜਾਂਦਾ, ਇਹਨਾਂ ਸਮਾਗਮਾਂ 'ਚ ਉੱਥੇ ਜਾਂਦੇ ਹੁੰਦੇ ਆ। ਫਿਰ ਬੀਬੀ ਜਗੀਰ ਕੌਰ ਦੇ ਇੱਕ ਸਮਾਗਮ 'ਚ ਜਾਣਾ, ਧੁੰਮਾ ਦੇ ਸਮਾਗਮ 'ਚ ਨਾ ਜਾਣਾ, ਦਮਦਮੀ ਟਕਸਾਲ ਦੇ ਹੈੱਡਕੁਆਟਰ ਚੌਂਕ ਮਹਿਤਾ, ਇਹ ਵੀ ਟ੍ਰਿਗਰ ਪੁਆਇੰਟ ਨੇ ਕੁਝ। ਔਰ ਟ੍ਰਿਗਰ ਪੁਆਇੰਟ ਇਹ ਵੀ ਨੇ ਕਿ ਜਿਹੜੇ ਜਥੇਦਾਰ ਤੁਹਾਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ, ਮੰਡ ਸਾਹਿਬ ਜਿਹੜੇ ਪੰਜ ਪਿਆਰੇ ਲਾਤੇ ਗਏ ਸੀ, ਨੌਕਰੀ ਛੱਡ ਗਏ ਸੀ, ਔਰ ਫਿਰ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਸਰ ਤੁਹਾਨੂੰ ਕ੍ਰਿਟਿਸਾਈਜ਼ ਕਰਦੇ ਰਹਿੰਦੇ ਆ, ਉਹਨਾਂ ਤਿੰਨਾਂ ਦਾ ਤੁਹਾਡੇ ਕੋਲ ਪੰਥਕ ਏਕਤਾ ਲਈ ਜਿਹੜੇ ਤੁਹਾਨੂੰ ਮੰਨਦੇ ਹੀ ਨਹੀਂ ਸੀ ਆ ਜਾਣਾ। ਔਰ ਇਹ ਪੰਥਕ ਏਕਤਾ ਦੀ ਆੜ ਵਿੱਚ ਕਿਤੇ ਅਕਾਲੀ ਦਲ ਨੂੰ ਵੱਡੇ ਸੰਕਟ ਦਾ ਸਾਹਮਣਾ ਨਾ ਕਰਨਾ ਪੈ ਜੇ, ਇਹ 4-5 ਚੀਜ਼ਾਂ ਵੀ ਬੜੀਆਂ ਅਹਿਮ ਰਹੀਆਂ। ਬਿਲਕੁਲ ਇਹ ਸਾਰੀ ਗੱਲਾਂ ਅਹਿਮ ਹੈ, ਹੋ ਸਕਦੀਆਂ ਜੀ ਬਿਲਕੁਲ ਇਹ ਸਾਰੀ ਗੱਲਾਂ ਬੜੀ ਅਹਿਮ ਹੈ। ਔਰ ਜਿਸ ਤਰੀਕੇ ਨਾਲ ਧਿਆਨ ਸਿੰਘ ਮੰਡ ਉਹਨਾਂ ਦੀ ਉਹ ਚਿੱਠੀ ਤੁਸੀਂ ਬਿਲਕੁਲ ਜਦ ਜ਼ਿਕਰ ਕਰਕੇ ਹਟੇ ਹੋ, ਉਹ ਧਿਆਨ ਸਿੰਘ ਮੰਡ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਥੇਦਾਰ ਮੰਗਦੇ ਹੀ ਨਹੀਂ ਸੀ, ਹੁਣ ਹਮ ਰੁਤਬਾ ਕਹਿੰਦੇ ਨੇ। ਕਈ ਵਾਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਵੀ ਦੂਜੇ ਘਰ ਚੱਲ ਕੀ ਰਿਹਾ, ਔਰ ਦੂਜੇ ਘਰ ਦੇ ਵਿੱਚ ਆਪਣੇ ਕਿਸੇ ਦਾ ਵਿਰੋਧ ਹੋ ਰਿਹਾ ਹੋਏ ਤੇ ਵਿਰੋਧ ਜਿਹਦਾ ਹੋ ਰਿਹਾ ਹੋਏ ਉਹਦੇ ਨਾਲ ਖੜ ਜਾਈਏ, ਤੇ ਉਹ ਇੱਕ ਰਾਜਨੀਤੀ ਕਹਿ ਲਓ ਜਾਂ ਸਿੱਖ ਕੌਮ ਦੇ ਵਿੱਚ ਜੋ ਚੀਜ਼ਾਂ ਹੋ ਰਹੀ ਹੈ ਅੱਜ ਦੀ ਡੇਟ ਵਿੱਚ, ਗਿਆਨੀ ਹਰਪ੍ਰੀਤ ਸਿੰਘ ਉਹਨਾਂ 3 ਤੋਂ ਜ਼ਿਆਦਾ ਵਾਰ ਅਕਾਲੀ ਦਲ ਨੂੰ ਹੀ ਕ੍ਰਿਟਿਸਾਈਜ਼ ਕਰਦੇ ਹੋਏ ਵੱਖ-ਵੱਖ ਸਮਾਗਮ ਦੇ ਵਿੱਚ ਦੇਖੇ ਗਏ। ਜਦ ਉਹ SGPC ਦਾ ਵੱਖਰਾ ਚੈਨਲ ਖੋਲ੍ਹਣ ਦੀ ਗੱਲ ਕਰਦੇ ਨੇ, ਜਦ ਉਹ ਰਾਜਾ ਕਾ ਬਾਗ ਜਿਹੜਾ ਉੱਥੇ ਅੰਮ੍ਰਿਤਸਰ ਦੇ ਵਿੱਚ ਉਹ ਕਹਿੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਹੁਣ ਇੱਕ ਵੀ ਵਿਅਕਤੀ ਏਦਾਂ ਦਾ ਨਹੀਂ ਬਚਿਆ ਜਿਹਨੂੰ ਆਪਾਂ ਕਹੀਏ ਕਿ ਸਿੱਖ ਸਕਾਲਰ ਹੋਏ ਔਰ ਸਿੱਖਾਂ ਦੇ ਮੁੱਦੇ ਤੇ ਗੱਲ ਕਰ ਲਏ। ਸੱਤਾ ਦੇ ਲਾਲਚ ਦੇ ਵਿੱਚ ਅਕਾਲੀ ਦਲ ਦੇ ਵਿੱਚ ਲੋਕ ਜ਼ਰੂਰ ਨੇ, ਯਾਨੀ ਇੱਕ ਸਰਮਾਏਦਾਰ ਲੋਕਾਂ ਦਾ ਇੱਕ ਦਲ ਬਣ ਕੇ ਰਹਿ ਗਿਆ ਅਕਾਲੀ ਦਲ। ਇਹ ਗੱਲਾਂ ਚੁਭਦੀ ਤੇ ਹੈ, ਔਰ ਖਾਸ ਕਰਕੇ ਤਦ ਵੀ ਚੁਭਦੀ ਹੈ ਜਦ ਉਹ ਜਥੇਦਾਰ ਸਾਹਿਬ ਕਹਿ ਰਹੇ ਹੋਣ, ਤੇ ਗੱਲਾਂ ਚੁੱਭਣ ਵਾਲੀਆਂ ਹੁਣ ਕਾਫੀ ਚੁੱਭ ਕੇ ਜ਼ਖਮ ਹੋ ਗਏ ਨੇ। ਉਹ ਜ਼ਖਮ ਅੱਜ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਔਰ ਉਸ ਜ਼ਖਮ ਨੂੰ ਦੂਰ ਕਰਨ ਤੋਂ ਬਾਅਦ ਕੋਈ ਹੋਰ ਜ਼ਖਮ ਨਾ ਮਿਲੇ, ਇਹਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ। ਸਵਾਲ ਇਸ ਗੱਲ ਦਾ ਵੀ ਹੈ ਕਿ ਇਹ ਸੋਚਿਆ ਜਾ ਰਿਹਾ ਜਾਂ ਇਹਨਾਂ ਲੀਹਾਂ ਤੇ ਸੋਚਿਆ ਗਿਆ ਕਿ ਜਿਹੜੇ ਇਹ ਚਿੱਠੀ ਪੱਤਰਾਂ ਦਾ ਇੱਕ ਸਿਲਸਿਲਾ ਪੰਥਕ ਏਕਤਾ ਲਈ ਸ਼ੁਰੂ ਹੋਇਆ, ਕਿ ਇਹ ਪੂਰਵ ਨਿਰਧਾਰਤ ਆ, ਕਿ ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਆਪਣੀ ਨਿੱਜੀ ਰਾਏ ਵੀ ਹੈ, ਕਿ ਉਹ ਅਕਾਲੀ ਦਲ ਦੇ ਸਮਾਨਾਂਤਰ ਚੱਲ ਰਹੀਆਂ ਧਿਰਾਂ ਨੂੰ ਇਕੱਠਿਆਂ ਕਰਨ ਦੇ ਯਤਨ ਦੇ ਵਿੱਚ ਆਪਣੇ ਅਹੁਦੇ ਨਾਲੋਂ ਆਪਣੇ ਆਪ ਹੀ ਦੂਰੀ ਬਣਾ ਕੇ, ਕਿ ਉਹ ਆਪਣੀ ਅਹੁਦੇ ਨਾਲੋਂ ਜ਼ਿਆਦਾ ਪੋਲਿਟਿਕਸ ਕਰਨ ਲੱਗ ਗਏ ਸੀ, ਤੇ ਜਿਹੜਾ ਉਹਨਾਂ ਜਾਲ ਪੂਰੀ ਤਰ੍ਹਾਂ ਬੁਣ ਲਿਆ ਸੀ ਉਹ ਜਾਲ ਦਾ ਹੀ ਸ਼ਿਕਾਰ ਹੋ ਜਾਣਗੇ। ਇਹ ਜਿਹੜੇ ਪੰਥਕ ਘੇਰਿਆਂ ਵਿੱਚ ਵਿਚਰਨ ਵਾਲੇ ਲੋਕ ਆ ਉਹ ਮੰਨਦੇ ਆ ਕਿ ਕੋਈ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਪੂਰੀ ਤਰ੍ਹਾਂ ਨਿੱਠ ਕੇ ਖੜੇ ਹੋਣ ਦੀ ਸਥਿਤੀ 'ਚ ਹੋਊਗਾ ਜਦੋਂ ਉਹਨਾਂ ਨੇ ਵੱਖ-ਵੱਖ ਮੌਕਿਆਂ ਤੇ ਸਟੈਂਡ ਲੈ ਕੇ 2 ਕਦਮ ਅੱਗੇ 4 ਕਦਮ ਪਿੱਛੇ ਖਿੱਚੇ ਨੇ। ਤਾਂ ਅੱਜ ਦੇ ਦਿਨ 'ਚ ਉਹਨਾਂ ਨਾਲ ਕੌਣ ਖੜਾ ਹੋਊਗਾ? ਦਮਦਮਾ ਸਾਹਿਬ ਦੇ ਜਥੇਦਾਰ ਬਣੇ ਰਹਿਣਗੇ ਜਾਂ ਉਹਨਾਂ ਨੂੰ ਉੱਥੋਂ ਵੀ ਦੇਰ ਸਵੇਰ ਇਸ ਅਹੁਦੇ ਤੋਂ ਹਟਾਇਆ ਜਾ ਸਕਦਾ? ਫਿਲਹਾਲ ਐਸੀ ਕੋਈ ਕਨਸੋਲ ਨਹੀਂ ਹੈ ਕਿ ਉਹਨਾਂ ਨੂੰ ਤਖਤ ਸਾਹਿਬ ਦੇ ਦਮਦਮਾ ਸਾਹਿਬ ਦੇ ਅਹੁਦੇ ਤੋਂ ਵੱਖ ਕੀਤਾ ਜਾ ਸਕਦਾ। ਇਹ ਚਾਰਜ ਵਾਪਸ ਲੈਣ ਤੋਂ ਬਾਅਦ ਆਟੋਮੈਟਿਕਲੀ ਉਹ ਦਮਦਮਾ ਸਾਹਿਬ ਦੇ ਇਕੱਲੇ ਜਥੇਦਾਰ ਰਹਿ ਜਾਣਗੇ, ਔਰ ਇੱਕ ਵੱਡੀ ਤਬਦੀਲੀ ਵੀ ਨਹੀਂ ਮੰਨੀ ਜਾਊਗੀ, ਔਰ ਇੱਕ ਸਜ਼ਾ ਵੀ ਨਹੀਂ ਹੁੰਦੀ। ਸੋ ਇਹ ਸਾਰੀਆਂ ਗੱਲਾਂ ਥੋੜੀ ਦੇਰ ਬਾਅਦ ਕਲੀਅਰ ਹੋ ਜਾਣਗੀਆਂ। ਇਹ ਜਿਹੜੀਆਂ ਸਪੈਕੂਲੇਸ਼ਨਸ ਅਸੀਂ ਤਾਂ ਇਹਦੇ ਨਾਲ ਚੱਲੇ ਆ। ਖੈਰ ਆਪਾਂ ਅੱਗੇ ਚੱਲਦੇ ਹਾਂ ਇੰਦਰਪ੍ਰੀਤ ਜੀ। ਦੂਜਾ ਮਾਮਲਾ ਵੀ ਇਵੇਂ ਦਾ ਹੀ ਆ, ਜਿਹੜਾ ਸੈਸ਼ਨ 19 ਤੇ 20 ਦਾ ਹੈ, 20 ਅਹਿਮ ਦਿਨ। ਲੇਕਿਨ ਇਸ ਤੋਂ ਪਹਿਲਾਂ ਜਿਹੜਾ ਕੁਝ ਕੁਆਰੀ ਰਾਜਪਾਲ ਦੀਆਂ ਸੀ, ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਦੀਆਂ, ਉਹਨਾਂ ਦੇ ਜਵਾਬ ਵੀ ਦਿੱਤੇ ਆ ਪੰਜਾਬ ਸਰਕਾਰ ਨੇ। ਜਰਾ ਮੈਨੂੰ ਵਿਸਥਾਰ 'ਚ ਦੱਸਿਓ ਕਿ ਜਦੋਂ ਇਹ ਸੈਸ਼ਨ ਸੱਦਿਆ ਗਿਆ, ਇਹਦੀਆਂ ਫਾਰਮੈਲਿਟੀਜ਼, ਇਹ ਰਸਮੋ ਰਿਵਾਜ ਜਿਹੜੇ ਨੇ, ਉਹਨਾਂ ਦੇ ਵਿੱਚ ਕੋਈ ਕਮੀ ਰੱਖੀ ਗਈ? ਆਖਰ ਗਵਰਨਰ ਕੀ ਪੁੱਛ ਰਿਹਾ, ਸਰਕਾਰ ਕੀ ਜਵਾਬ ਦੇ ਰਹੀ ਆ, ਟੈਕਨੀਕੈਲਿਟੀਜ਼ ਕੀ ਆ, ਤੇ ਤਲਖੀ ਕਿੱਥੇ ਆ? ਤਲਖੀ ਹੈ ਵੀ ਹੈ ਕਿ ਨਹੀਂ? ਇਹਨੂੰ ਜਰਾ ਅੱਗੇ ਵਧਾ ਦਿਓ। ਤਲਖੀ ਤਾਂ ਬਿਲਕੁਲ ਹੈਗੀ ਹੈ। ਦੇਖੋ ਰੰਧਾਵਾ ਸਾਹਿਬ, ਜਿਹੜਾ 19 ਤੇ 20 ਦਾ ਸੈਸ਼ਨ ਬੁਲਾਇਆ ਗਿਆ, ਉਹ ਇੱਕ ਸਪੈਸ਼ਲ ਸੈਸ਼ਨ ਦੇ ਤੌਰ ਤੇ ਕਾਲ ਕੀਤਾ ਗਿਆ,
ਕਿਉਂਕਿ ਇਹ ਸੈਸ਼ਨ ਦੇ ਵਿੱਚ ਕੋਈ ਵੀ ਜਿਹੜਾ ਰੈਗੂਲਰ ਬਿਜ਼ਨਸ ਹੁੰਦਾ ਹੈ, ਜਿਵੇਂ ਸਵਾਲ ਜਵਾਬ ਹੈਗੇ ਆ, ਕਾਲ ਅਟੈਂਸ਼ਨਸ ਹੈਗੀਆਂ ਨੇ, ਧਿਆਨ ਹੋਰ ਜਿਹੜੇ ਵੀ ਜ਼ੀਰੋ ਆਵਰ ਟਾਈਪ ਚੀਜ਼ਾਂ ਹੈਗੀਆਂ ਨੇ, ਉਹ ਤਾਂ ਮੈਨੂੰ ਲੱਗਦਾ ਇਸ ਚੋਂ ਆਣੀ ਹੀ ਨਹੀਂ, ਕਿਉਂਕਿ ਇਹ ਜਿਹੜੇ ਸਪੈਸ਼ਲ ਸੈਸ਼ਨ ਹੁੰਦੇ ਆ ਉਹ ਟੋਟਲ ਫੋਕਸਡ ਹੁੰਦੇ ਆ ਉਸੇ ਵਿਸ਼ੇ ਲਈ ਜਿਸ ਲਈ ਇਹ ਕਾਲ ਕੀਤਾ ਗਿਆ। ਇਸ ਤੋਂ ਇਲਾਵਾ ਕੋਈ ਬਿਜ਼ਨਸ ਨਹੀਂ ਲੈਂਦੇ, ਜਾਂ ਫਿਰ ਜਦੋਂ ਇਹ ਸੈਸ਼ਨ ਖਤਮ ਹੋ ਜਾਂਦਾ ਤਾਂ ਉਦੋਂ ਫਿਰ ਇੱਕ ਲੈਜਿਸਲੇਚਰ ਬਿਜ਼ਨਸ ਦੇ ਤੌਰ ਤੇ ਕੋਈ ਬਿੱਲ ਅਗਰ ਪੈਂਡਿੰਗ ਪਏ ਨੇ ਉਹ ਬਿੱਲ ਲਿਆਤੇ ਜਾ ਸਕਦੇ ਆ, ਜਾਂ ਕੋਈ ਆਰਡੀਨੈਂਸ ਪਹਿਲਾਂ ਜਾਰੀ ਕੀਤੇ ਹੋਏ ਨੇ ਤਾਂ ਉਹ ਆਰਡੀਨੈਂਸ ਪਾਸ ਕਰਾਇਆ ਜਾ ਸਕਦੇ ਆ। ਸੋ ਇਹਦੇ ਵਿੱਚ ਜਿਹੜੀ ਇਸ ਵਾਰੀ ਇਹ ਫਸਟ ਟਾਈਮ ਹੋ ਰਿਹਾ ਹੈ, ਕਿਉਂਕਿ ਅੱਗੇ ਤਾਂ ਇਹ ਹੁੰਦਾ ਸੀ ਆਮ ਤੌਰ ਤੇ ਕਿ ਜਦੋਂ ਸੈਸ਼ਨ ਅਨਿਸ਼ਚਿਤਕਾਲੀਨ ਸਥਗਿਤ ਕਰ ਦਿੰਦੇ ਆ ਜਦੋਂ ਆਪਾਂ, ਫਿਰ ਉਸ ਤੋਂ ਮਹੀਨਾ ਡੇਢ ਮਹੀਨੇ ਬਾਅਦ ਜਦੋਂ ਦੇਖਦੇ ਆ ਵੀ ਕੋਈ ਇਸ ਤਰ੍ਹਾਂ ਦਾ ਏਜੰਡਾ ਨਹੀਂ ਹੈ ਕਿ ਦੁਬਾਰਾ ਕਾਲ ਕਰਨ ਦੀ ਜ਼ਰੂਰਤ ਹੈ, ਤਾਂ ਪ੍ਰਵੋਕ ਕਰ ਦਿੰਦੇ ਸੀ ਸੈਸ਼ਨ ਨੂੰ। ਤੇ ਹੁਣ ਲੇਕਿਨ ਇਹਦੇ ਵਿੱਚ ਨਹੀਂ ਕੀਤਾ ਗਿਆ। ਅੱਜ 22 ਮਾਰਚ ਤੋਂ ਬਾਅਦ ਤੁਸੀਂ ਦੇਖੋ 22 ਮਾਰਚ ਦਾ ਸੈਸ਼ਨ ਖਤਮ ਹੋਇਆ ਔਰ ਅੱਜ ਅਸੀਂ 16 ਜੂਨ ਚ ਬੈਠੇ, ਯਾਨੀ ਆਲਮੋਸਟ 3 ਮਹੀਨੇ ਹੋ ਗਏ, ਤੋਂ ਹਜੇ ਤੱਕ ਗਵਰਨਮੈਂਟ ਨੇ ਜਿਹੜਾ ਸੈਸ਼ਨ ਨੂੰ ਪ੍ਰਵੋਕ ਨਹੀਂ ਕੀਤਾ। ਸੋ ਤਕਨੀਕੀ ਤੌਰ ਤੇ ਸੈਸ਼ਨ ਨੂੰ ਦੁਬਾਰਾ ਕਾਲ ਕਰਨਾ ਇਹ ਚ ਕੋਈ ਖਾਮੀ ਨਹੀਂ ਹੈ, ਗਵਰਨਮੈਂਟ ਕਾਲ ਕਰ ਸਕਦੀ ਹੈ ਬਿਨਾਂ ਗਵਰਨਰ ਦੀ ਅਪਰੂਵਲ ਤੋਂ, ਉੱਥੇ ਅਪਰੂਵਲ ਲੈਣ ਦੀ ਲੋੜ ਨਹੀਂ ਹੈ, ਆਲਰੇਡੀ ਅਪਰੂਵਲ ਮਿਲੀ ਹੋਈ ਹੈ ਬਜਟ ਸੈਸ਼ਨ ਤੋਂ ਬਾਅਦ। ਲੇਕਿਨ ਜਦੋਂ ਪ੍ਰਵੋਕ ਹੋ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਨਵੇਂ ਸਿਰੇ ਤੋਂ ਹੀ ਗਵਰਨਰ ਤੋਂ ਅਪਰੂਵਲ ਲੈਣੀ ਪੈਂਦੀ ਹੈ। ਤਾਂ ਗਵਰਨਰ ਸਾਹਿਬ ਨੇ ਕੱਲ ਜਿਹੜੀ ਪਰਸੋਂ ਜਿਹੜੀ ਚਿੱਠੀ ਭੇਜੀ ਸੀਗੀ ਸਰਕਾਰ ਵੱਲੋਂ, ਉਹਦੇ 'ਚ ਇਹ ਪੁੱਛਿਆ ਸੀਗਾ ਕਿ ਕੀ ਅਸੀਂ ਜਿਹੜਾ ਸਾਡਾ ਬਜਟ ਸੈਸ਼ਨ ਹੈਗਾ ਉਹਨੂੰ ਐਕਸਟੈਂਡ ਕਰਨਾ ਚਾਹੁੰਦੇ ਹਾਂ, ਜਿਹੜੀ ਉਹਦੀ ਇੱਕ ਹੋਰ ਬੈਠਕ ਕਰਨਾ ਚਾਹੁੰਦੇ ਹਾਂ, ਇਹ ਤੁਹਾਡੇ ਸੂਚਨਾ ਅਰਥ ਹੈ ਵੀ ਤੁਹਾਡੀ ਸੂਚਨਾ ਲਈ ਭੇਜੀ ਜਾਂਦੀ ਹੈ, ਇਹ ਤੁਸੀਂ ਦੇਖ ਲਓ। ਤੇ ਉਹਦਾ ਜਵਾਬੀ ਜਿਹੜਾ ਪੱਤਰ ਆਇਆ ਹੈ ਸਪੀਕਰ ਕੋਲੇ, ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਏਜੰਡਾ ਤਾਂ ਪਾਸ ਹੋ ਚੁੱਕਿਆ, ਬਜਟ ਵੀ ਪਾਸ ਹੋ ਚੁੱਕਿਆ, ਹੁਣ ਤਾਂ ਕੋਈ ਇਹੋ ਜਿਹਾ ਏਜੰਡਾ ਹੈ ਨਹੀਂ। ਤਾਂ ਫਿਰ ਇੱਕ ਹੋਰ ਚਿੱਠੀ ਪਾਈ ਗਈ ਕਿ ਏਜੰਡਾ ਤਾਂ BAC ਦੀ ਮੀਟਿੰਗ ਤੈਅ ਕਰਦੀ ਹੈ। ਮੈਨੂੰ ਲੱਗਦਾ ਕਿ ਇਹ ਵੀ ਥੋੜਾ ਜਿਹਾ ਜ਼ਿਆਦਾ ਉਹ ਕਰ ਗਿਆ। BAC ਦੀ ਮੀਟਿੰਗ ਤਾਂ ਤੈਅ ਕਰਦੀ ਹੈਗੀ ਹੈ ਵੀ ਹਾਂ ਕਿਸ ਦਿਨ ਕਿਹੜਾ ਏਜੰਡਾ ਲੱਗੇ, ਲੇਕਿਨ ਏਜੰਡੇ ਤਾਂ ਆਲਰੇਡੀ ਗਵਰਨਮੈਂਟ ਤਿਆਰ ਕਰਕੇ ਭੇਜਦੀ ਨਾ, ਤਾਂ ਹੀ ਤਾਂ ਪਤਾ ਚੱਲਦਾ ਕਿ ਸੈਸ਼ਨ ਬੁਲਾਇਆ ਜਾਣਾ। ਇਹ ਜਿਹੜੀ ਗੱਲ ਕਿਹਾ ਗਈ ਹੈ ਕਿ BAC ਦੀ ਮੀਟਿੰਗ ਤੈਅ ਕਰੇਗੀ, BAC ਦੀ ਮੀਟਿੰਗ ਤਾਂ ਸੈਸ਼ਨ ਨੂੰ ਥੋੜਾ ਵਧਾਉਣਾ ਚਾਹੇ ਜਾਂ ਘਟਾਉਣਾ ਚਾਹੇ, ਇਸ ਦੇ ਉੱਤੇ ਕੰਮ ਕਰੇਗੀ ਜਦੋਂ ਉਹਦੇ ਸਾਹਮਣੇ ਗਵਰਨਮੈਂਟ ਆਪਣਾ ਏਜੰਡਾ ਰੱਖੇਗੀ। BAC ਦੀ ਮੀਟਿੰਗ ਏਜੰਡਾ ਨਹੀਂ ਤੈਅ ਕਰਦੀ ਹੈਗੀ। ਸੋ ਮੈਨੂੰ ਇੱਕ ਤਾਂ ਥੋੜਾ ਜਿਹਾ ਇਹਦੇ ਵਿੱਚ ਤਕਨੀਕੀ ਅੰਤਰ ਨਜ਼ਰ ਆਇਆ। ਦੂਸਰਾ ਜਿਹੜਾ ਇਹਦਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਰੰਧਾਵਾ ਸਾਹਿਬ, ਉਹ ਇਹ ਹੈਗਾ ਕਿ ਦੇਖੋ ਜਿਹੜੇ ਰੈਗੂਲਰ ਸੈਸ਼ਨ ਹੁੰਦੇ ਆ ਉਹ ਅੱਗੇ ਆਪਾਂ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ, ਸਾਰੀਆਂ ਤਕਰੀਬਨ ਖਾਸ ਤੌਰ ਤੇ ਵਿਰੋਧੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਇਹ ਕਹਿੰਦੀਆਂ ਰਹੀਆਂ ਸੀਗੀਆਂ ਕਿ ਸੈਸ਼ਨ ਨੂੰ ਜਾਣਬੁੱਝ ਕੇ ਛੋਟਾ ਕੀਤਾ ਜਾ ਰਿਹਾ ਹੈ, ਸਰਕਾਰ ਜਿਹੜੀ ਹੈ ਵਿਰੋਧੀ ਧਿਰ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ। ਪਰ ਹੁਣ ਤਾਂ ਸੈਸ਼ਨ ਹੀ ਸਾਫ਼ ਹੋ ਗਿਆ। ਮਤਲਬ ਤੁਸੀਂ ਦੇਖੋ ਪਿਛਲੇ ਸਾਲ ਸਤੰਬਰ ਦੇ ਵਿੱਚ ਆਪਰੇਸ਼ਨ ਲੋਟਸ ਦੇ ਨਾਂ ਤੇ ਜਿਹੜਾ ਇੱਕ ਸਪੈਸ਼ਲ ਸੈਸ਼ਨ ਕਾਲ ਕੀਤਾ, ਉਹਦੇ ਵਿੱਚ ਅਸੀਂ ਆਪਣਾ ਜਿਹੜਾ ਦਸੰਬਰ ਦੇ ਵਿੱਚ ਫਿਰ ਰੈਗੂਲਰ ਸੈਸ਼ਨ ਹੁੰਦਾ ਹੈ ਜਿਹਨੂੰ ਅਸੀਂ ਸ਼ੀਤਕਾਲੀਨ ਸੱਤਰ ਕਹਿੰਦੇ ਹਾਂ, ਉਹ ਖਤਮ ਹੋ ਗਿਆ। ਇਹਦੇ ਵਿੱਚ ਹੁਣ ਜਿਹੜਾ ਮਾਨਸੂਨ ਸੈਸ਼ਨ ਹੋਣਾ ਸੀਗਾ ਹੁਣ ਜੁਲਾਈ ਅਗਸਤ ਦੇ ਵਿੱਚ, ਉਹ ਜੇ ਤੁਸੀਂ ਅੱਜ ਸੈਸ਼ਨ ਕਾਲ ਕਰ ਲੈਂਦੇ ਜੂਨ ਦੇ ਵਿੱਚ ਤਾਂ ਉਹ ਖਤਮ ਹੋ ਜਾਏਗਾ, ਕਿਉਂਕਿ ਇੱਕ 6 ਮਹੀਨਿਆਂ ਦੇ ਵਿੱਚ ਇੱਕ ਵਾਰ ਸੈਸ਼ਨ ਕਾਲ ਕਰਨਾ ਜ਼ਰੂਰੀ ਹੁੰਦਾ ਹੈ। ਉਹ ਫਾਰਮੈਲਿਟੀ ਅੱਜ ਪੂਰੀ ਹੋ ਜਾਏਗੀ, ਜਦੋਂ 19 ਤਰੀਕ ਨੂੰ ਸੈਸ਼ਨ ਕਾਲ ਬਣ ਜਾਏਗਾ ਤਾਂ ਉਹ ਫਾਰਮੈਲਿਟੀ ਪੂਰੀ ਹੋਗੀ। ਸੋ ਮੈਨੂੰ ਲੱਗਦਾ ਕਿ ਪਤਾ ਨਹੀਂ ਕਿਉਂ ਜਦੋਂ ਇਹੀ ਪੋਲੀਟੀਕਲ ਪਾਰਟੀਆਂ, ਖਾਸ ਤੌਰ ਤੇ ਮੈਂ ਪਹਿਲਾਂ ਕਹਾਂ ਤਾਂ ਕਾਂਗਰਸ ਇਹੀ ਰੌਲਾ ਪਾਉਂਦੀ ਰਹੀ ਸੀਗੀ ਕਿ ਅਕਾਲੀ ਦਲ ਜੋ ਸੈਸ਼ਨ ਹੈ ਛੋਟੇ ਤੋਂ ਛੋਟਾ ਕਰਦੇ ਜਾ ਰਹੇ ਹੈ। ਫਿਰ ਆਮ ਆਦਮੀ ਪਾਰਟੀ ਨੇ ਹੀ ਜਦੋਂ ਉਹ ਵਿਰੋਧੀ ਧਿਰ ਚ ਆ ਗਈ ਤਾਂ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਸੈਸ਼ਨ ਛੋਟੇ ਤੋਂ ਛੋਟਾ ਕਰੀ ਜਾਂਦੇ ਆ, ਸਾਨੂੰ ਆਪਣੀ ਗੱਲ ਕਰਨ ਦਾ ਮੌਕਾ ਨਹੀਂ ਦੇ ਰਹੇ। ਹੁਣ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੱਤਾ ਚ ਆ ਗਈ ਤੇ ਇਹਨਾਂ ਨੇ ਤਾਂ ਦੂਜਾ ਹੀ ਰਾਹ ਲੱਭ ਲਿਆ, ਸੈਸ਼ਨ ਹੀ ਗਾਇਬ ਕਰਤੇ। ਮਤਲਬ ਛੋਟਾ ਤਾਂ ਕਰਨਾ ਦੂਰ ਦੀ ਗੱਲ ਹੈ, ਸੈਸ਼ਨ ਹੀ ਗਾਇਬ ਹੋ ਗਿਆ। ਹੁਣ ਤਾਂ ਇੱਕ ਫੋਕਸਡ ਜਿਹੜਾ ਨੁਕਤਾ ਹੈਗਾ ਜਾਂ ਮੁੱਦਾ ਹੈਗਾ ਉਹ ਸਰਕਾਰ ਹੀ ਲੈ ਕੇ ਆਏਗੀ, ਉਸ ਤੇ ਡਿਸਕਸ਼ਨ ਹੋ ਜਾਏਗੀ, ਵਿਰੋਧੀ ਧਿਰ ਆਪਣਾ ਬਾਇਕਾਟ ਕਰ ਜਾਏਗੀ ਕਹਿ ਕੇ ਵੀ ਤੁਸੀਂ ਸੈਸ਼ਨ ਨੂੰ ਖਤਮ ਕਰ ਰਹੇ ਹੋ, ਤੇ ਆਪਣਾ ਜਿਹੜਾ ਇਹਨਾਂ ਦਾ ਏਜੰਡਾ ਉਹ ਪਾਸ ਕਰ ਲੈਣਗੇ। ਸੋ ਮੈਨੂੰ ਲੱਗਦਾ ਕਿ ਡਿਸਕਸ਼ਨ ਦੇ ਜਿਹੜੇ ਪਲੇਟਫਾਰਮ ਸੀਗੇ, ਇਹ ਪਲੇਟਫਾਰਮਾਂ ਨੂੰ ਬਹੁਤ ਸੀਮਿਤ ਕੀਤਾ ਜਾ ਰਿਹਾ, ਬਹੁਤ ਘਟਾਇਆ ਜਾ ਰਿਹਾ। ਰੰਧਾਵਾ ਸਾਹਿਬ, ਮੈਂ ਨਾ ਪਿਛਲੀ ਜਦੋਂ ਇਹਨਾਂ ਦੀ ਕਾਂਗਰਸ ਦੀ ਸਰਕਾਰ ਸੀ, ਮੈਂ ਇੱਕ ਵਾਰੀ ਪਿਛਲੇ 20 ਸਾਲਾਂ ਦਾ ਇੱਕ ਮਤਲਬ ਪੂਰੀ ਵਿਧਾਨ ਸਭਾ ਤੋਂ ਇੱਕ RTI ਚ ਉਹ ਲਿੱਤੀ ਸੀਗੀ ਕਿ ਕਿੰਨੇ ਸੈਸ਼ਨ ਹੋ ਰਹੇ ਆ। ਸਿਰਫ ਅਗਰ ਅਸੀਂ 92 ਵਾਲੀ ਸਰਕਾਰ ਨੂੰ ਛੋੜ ਦਈਏ, ਉਦੋਂ 30 ਤੋਂ 40 ਸੈਸ਼ਨ ਦੇ ਕਰੀਬ ਐਵਰੇਜ ਆਈ ਸੀ ਵੀ ਸਾਲ ਦੇ ਵਿੱਚ 30 ਤੋਂ 40 ਸੈਸ਼ਨ ਹੋ ਰਹੇ ਆ। ਪਰ ਹੁਣ ਉਸ ਤੋਂ ਬਾਅਦ ਇਹ ਸਿਰਫ 18 ਦੀ, 2 ਟਰਮ ਚ ਸਿਰਫ 18 ਦੀ ਰਹਿ ਗਈ,
ਤੇ ਉਸ ਤੋਂ ਬਾਅਦ ਇਹ ਸਿਰਫ 14 ਰਹਿੰਦੀ ਰਹਿ ਗਈ, 14 ਮੀਟਿੰਗਸ 1 ਸਾਲ ਦੇ ਵਿੱਚ। ਤੇ ਹੁਣ ਤਾਂ ਮੇਰੇ ਖਿਆਲ ਇਹ ਉਦੋਂ ਵੀ ਥੱਲੇ ਚਲੀ ਜਾਣੀ ਹੈ। ਸੋ ਤੁਸੀਂ ਦੇਖੋ ਅੱਜ ਹੀ ਬੜੀ ਇੰਟਰਸਟਿੰਗ ਚੀਜ਼ ਇਹਦੇ ਵਿੱਚ, ਅੱਜ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਮਹਾਰਾਸ਼ਟਰ ਦੇ ਵਿੱਚ ਇੱਕ MIT ਯੂਨੀਵਰਸਿਟੀ ਹੈ, ਉਹ ਇੱਕ ਬਹੁਤ ਵੱਡਾ 3 ਦਿਨ ਦਾ ਸਮਾਗਮ ਕਰ ਰਹੀ ਹੈ, ਜਿਸ 'ਚ ਪੂਰੇ ਕੰਟਰੀ ਦੇ ਸਾਰੇ MLA MP ਬੁਲਾਏ ਹੋਏ ਆ ਉਹਨਾਂ ਨੇ, ਤੇ ਉਸ 'ਚ ਇਹ ਡਿਸਕਸ਼ਨ ਹੋਣਾ ਵੀ ਆਪਾਂ ਲੋਕਤੰਤਰ ਨੂੰ ਮਜ਼ਬੂਤ ਕਿਵੇਂ ਕਰੀਏ। ਤਾਂ ਮੈਂ ਸਪੀਕਰ ਸਾਹਿਬ ਤੋਂ ਪੁੱਛ ਰਿਹਾ ਸੀ ਵੀ ਤੁਸੀਂ ਕੀ ਕਹਿਣਾ ਹੈ, ਤਾਂ ਉਹ ਕਹਿ ਰਹੇ ਕਿ ਯਾਰ ਵੀ ਮੈਂ ਕਹਿੰਦਾ ਵੀ ਡਿਸਕਸ਼ਨ ਦੇ ਜਿਹੜੇ ਉਹ ਹੈਗੇ ਨੇ ਪਲੇਟਫਾਰਮ, ਉਹਨਾਂ ਨੂੰ ਵਧਾਇਆ ਜਾਏ ਤੇ ਲੰਬੇ ਸੈਸ਼ਨ ਕੀਤੇ ਜਾਣ, ਸਾਰੇ ਨੂੰ ਮੌਕਾ ਮਿਲੇ ਬੋਲਣ ਦਾ, ਉੱਥੇ ਆਪਣੀ ਗੱਲਾਂ ਰੱਖਣ ਦਾ। ਪਰ ਦੂਜੇ ਪਾਸੇ ਜਦੋਂ ਉਹੀ ਇੱਕ ਸਪੈਸ਼ਲ ਸੈਸ਼ਨ ਕਨਵੀਨ ਕਰਨਗੇ, ਉਸ ਤੋਂ ਬਾਅਦ ਰੈਗੂਲਰ ਸੈਸ਼ਨ ਖਤਮ ਹੋ ਜਾਊਗਾ, ਤਾਂ ਮੈਨੂੰ ਲੱਗਦਾ ਵੀ ਜਿਹੜੀ ਗੱਲ ਉੱਥੇ ਕਹਿ ਕੇ ਆਣਗੇ ਉਹਨੂੰ ਅਮਲੀ ਰੂਪ 'ਚ ਇੱਥੇ ਜਾਮਾ ਬਿਲਕੁਲ ਨਹੀਂ ਪਹਿਨਾਇਆ ਜਾਊਗਾ, ਬਿਲਕੁਲ ਉਸ ਤੋਂ ਜਿਵੇਂ ਕਹਿੰਦੇ ਉਲਟ ਕੰਮ ਇੱਥੇ ਹੋਊਗਾ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਸਹੀ ਨਹੀਂ ਹੋ ਰਹੀਆਂ, ਕਹਿਣਾ ਕੁਛ ਤੇ ਕਰਨਾ ਕੁਛ। ਆਪਾਂ ਵਿਰੋਧੀ ਗੱਲਾਂ ਨੇ। ਇੰਦਰਪ੍ਰੀਤ ਜੀ, ਸਪੀਕਰ ਸਾਹਿਬ ਇੰਨੇ ਕਮਜ਼ੋਰ ਕਿੱਦਾਂ ਹੋ ਗਏ? ਜਾਂਦਾ ਉਹ ਤਾਂ ਜਾਵੇ, ਫਿਰ ਜੇਕਰ ਸਿਧਾਂਤਕ ਤੌਰ ਤੇ ਤੁਸੀਂ ਹਾਮੀ ਹੋ ਕਿ ਸੈਸ਼ਨ ਲੰਬੇ ਹੋਣੇ ਚਾਹੀਦੇ ਆ, ਹਰ MLA ਨੂੰ ਆਪਣੇ ਹਲਕੇ ਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ, ਪੰਜਾਬ ਦੇ ਮੁੱਦੇ ਜਾਂ ਕਿਸੇ ਵੀ ਸਟੇਟ ਦੇ ਮੁੱਦੇ ਡਿਬੇਟ 'ਚ ਆਉਣੇ ਚਾਹੀਦੇ ਆ, ਤੇ ਇਸ ਤੋਂ ਵਧੀਆ ਮੰਚ ਕੋਈ ਹੋ ਨਹੀਂ ਸਕਦਾ। ਔਨ ਰਿਕਾਰਡ ਤੁਹਾਡੀ ਗੱਲ ਵੀ ਹੋ ਜਾਂਦੀ ਹੈ ਤੇ ਤੁਹਾਡੇ ਤੇ ਕੋਈ ਡੈਫਾਮੇਟਰੀ ਵੀ ਮਾਮਲੇ ਨਹੀਂ ਬਣਦੇ, ਤੁਹਾਨੂੰ ਬਹੁਤ ਸਾਰੇ ਹੱਕ ਹਕੂਕ ਹੁੰਦੇ ਆ, ਪ੍ਰਿਵਿਲੇਜ ਇੱਕ ਤਰ੍ਹਾਂ ਦੀ ਮਿਲੀ ਹੁੰਦੀ ਹੈ। ਸੋ ਤੁਸੀਂ ਉਸ ਮੌਕੇ ਦੇ ਉੱਤੇ ਤਾਂ ਇੱਕ ਦਿਨ 'ਚ ਸਾਰ ਦਿੰਦੇ ਹੋ ਤੇ ਬਹਿ ਜਾ ਤੋਂ ਇਲਾਵਾ ਹੋਰ ਤੁਹਾਡੇ ਕੋਲ ਕੁਝ ਹੁੰਦਾ ਨਹੀਂ ਕਹਿਣ ਲਈ। ਤੇ ਤੁਸੀਂ ਜਦੋਂ ਫਿਰ ਬਾਹਰ ਵੱਡੇ ਮੰਚਾਂ ਤੋਂ ਵੱਡੀਆਂ ਗੱਲਾਂ ਕਰਦੇ ਹੋ, ਫਿਰ ਤੁਹਾਨੂੰ ਉੱਥੇ ਆਪਣਾ ਆਪ ਫੀਲ ਨਹੀਂ ਹੁੰਦਾ ਹੋਊਗਾ। ਇਹ ਪੈਰਾਡੌਕਸ ਸੋਚਦੇ, ਇਹ ਵਿਰੋਧਾਭਾਸ, ਇਹ ਕੰਟਰਾਡਿਕਸ਼ਨਸ, ਇਹਨਾਂ ਨੂੰ ਕਿਵੇਂ ਤੁਸੀਂ ਐਡਰੈਸ ਕਰਦੇ ਹੋਵੋਗੇ ਮਨ ਅੰਦਰ ਹੀ, ਆਪਣੇ ਮਨ ਨਾਲ ਹੀ ਕਿਵੇਂ ਗੱਲ ਕਰਦੇ ਹੋਵੋਗੇ? ਭਾਸਕਰ ਸਾਹਿਬ ਇੱਕ ਟਿੱਪਣੀ ਦੇ ਕੇ ਨਾਲ ਹੀ, ਸੁਖਬੀਰ ਬਾਦਲ ਤੇ ਭਗਵੰਤ ਮਾਨ 'ਚ ਜਿਹੜਾ ਟਕਰਾਅ ਚੱਲ ਰਿਹਾ, ਸਿਆਸਤ ਦੇ ਪੱਧਰ ਦਾ ਡਿੱਗਣਾ ਤਾਂ ਲਗਾਤਾਰ ਜਾਰੀ ਹੈ, ਪਰ ਜਿਸ ਤਰੀਕੇ ਨਾਲ ਦੋਵੇਂ ਧਿਰਾਂ ਮੌਕਾ ਬਮੌਕਾ ਹਮਲਾ ਕਰਦੀਆਂ, ਨੀਵੇਂ ਲੈਵਲ ਦਾ ਹਮਲਾ ਕਰਦੀਆਂ, ਮਾਨ ਸਾਹਿਬ ਨੇ ਵੀ ਕਦੇ ਕੋਈ ਕਸਰ ਨਹੀਂ ਛੱਡੀ। ਉਹ ਇੱਕ ਆਮ ਸ਼ਬਦ ਵਰਤਿਆ ਜਾ ਰਿਹਾ ਸੀ, ਮੈਂ ਉਹਨੂੰ ਵਰਤਣਾ ਨਹੀਂ ਚਾਹੁੰਦਾ, ਸੁਖਬੀਰ ਬਾਦਲ ਲਈ ਵਰਤੇ ਰਹੇ। ਸੁਖਬੀਰ ਬਾਦਲ ਨੇ ਵੀ ਇਹਨਾਂ ਲਈ ਕੁਝ ਸ਼ਬਦ ਇਹੋ ਜਿਹੇ ਅਨਪਾਰਲੀਮੈਂਟਰੀ ਲੋਕ ਤਾਂ ਇਹਨੂੰ ਕਹਿੰਦੇ ਨੇ ਦੋਨਾਂ ਧਿਰਾਂ ਵੱਲੋਂ। ਸੋ ਇਹ ਜਿਹੜਾ ਵਿਵਾਦ ਹੈ ਪੰਜਾਬ ਦੇ ਅਸਲ ਮੁੱਦਿਆਂ ਤੋਂ ਬੜੀ ਆਸਾਨੀ ਨਾਲ ਬਾਹਰ ਲੈ ਜਾਂਦਾ। ਤੁਸੀਂ ਡੀ ਤੋਂ ਬਾਹਰ ਖੇਡਦੇ ਰਹਿੰਦੇ ਹੋ। ਖੈਰ ਗੱਲ ਤੋਰੋ ਜ਼ਰਾ ਜੀ। ਗੱਲ ਬਿਲਕੁਲ ਡੀ ਤੇ ਬਾਹਰ ਖੇਡਣ ਵਾਲੀ ਹੈਗੀ ਹੈ। ਜੇ ਗਵਰਨਰ ਸਾਹਿਬ ਦੀ ਤੇ ਮੁੱਖ ਮੰਤਰੀ ਸਾਹਿਬ ਦੀ ਇਹ ਜਿਹੜੀ ਲੜਾਈ ਹੈ ਨਾ, ਇਹਦੇ ਵਿੱਚ ਇਸ ਤਰ੍ਹਾਂ ਅਗਰ ਤੁਸੀਂ ਬੜੀ ਨਜ਼ਦੀਕੀ ਨਾਲ ਦੇਖੋ ਲੜਾਈ, ਤੇ ਸਿਰਫ ਇੰਨੀ ਕੁ ਹੈਗੀ ਹੈ ਜਿੱਦਾਂ ਨੂੰਹ ਸੱਸ ਦੀ ਨਹੀਂ ਹੁੰਦੀ ਵੀ ਘਰੋਂ ਬਾਹਰ ਜਾਣਾ ਤੇ ਮੈਨੂੰ ਪੈਰੀ ਪੈਣਾ ਕਰਕੇ ਜਾਣਾ, ਜੇ ਪੈਰੀ ਪੈਣਾ ਨਹੀਂ ਕਰਕੇ ਗਈ ਤੇ ਫਿਰ ਆਹ ਗੱਲ ਗਲਤ ਹੈਗੀ ਹੈ। ਹੁਣ ਇਹ ਸੈਸ਼ਨ ਬੁਲਾਉਣ ਦੀ ਗੱਲ ਦੇ ਉੱਤੇ ਅਗਰ ਕਰੀਏ ਤੇ ਉਸ ਦਿਨ ਜਿਸ ਦਿਨ ਪੁਰੋਹਿਤ ਜੀ ਨੇ ਇਹ ਗੱਲ ਕੀਤੀ ਸੀਗੀ ਕਿ ਮੇਰੇ ਕੋਲੋਂ ਇਹ ਸੈਸ਼ਨ ਬੁਲਾਉਣ ਦੀ ਇਜਾਜ਼ਤ ਮੰਗਣਗੇ, ਮੈਂ ਦੂੰਗਾ ਇਜਾਜ਼ਤ, 1 ਘੰਟੇ ਦੇ ਵਿੱਚ ਹੀ ਸਪੀਕਰ ਸਾਹਿਬ ਨੇ ਉਹ ਚਿੱਠੀ ਲਿਖਤੀ ਸੀਗੀ ਕਿ ਵੀ ਅਸੀਂ ਸੈਸ਼ਨ ਬੁਲਾ ਲਿਆ, ਅਸੀਂ ਐਕਸਟੈਂਡ ਕੀਤਾ, ਤੁਹਾਡੀ ਲੋੜ ਹੀ ਨਹੀਂ, ਤੁਹਾਨੂੰ ਸਿਰਫ ਆਪਾਂ ਇਨਫੋਰਮ ਕੀਤਾ ਵੀ ਆਪਾਂ ਬੁਲਾ ਲਿਆ। ਫਿਰ ਗੱਲ ਆਈ ਕਿ ਵੀ ਬਿਜ਼ਨਸ ਦੱਸੋ, ਉਹ ਕਹਿੰਦੇ ਬਿਜ਼ਨਸ 19 ਤਰੀਕ ਨੂੰ ਡਿਸਾਈਡ ਕਰਾਂਗੇ, ਦੱਸ ਦਾਂਗੇ। ਔਰ ਉਹ ਨਿੰਦਾ ਪ੍ਰਸਤਾਵ ਦੀ ਗੱਲ ਦੇ ਉੱਤੇ ਹਾਲਾਂਕਿ ਫਿਲਹਾਲ ਬਹੁਤੀ ਗੱਲਾਂ ਨਹੀਂ ਹੋ ਰਹੀ, ਕਿਉਂਕਿ ਜਦ ਇਸ ਤੋਂ ਪਹਿਲੇ ਵੀ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਦਾ ਰੇੜਕਾ ਪਿਆ ਸੀ ਇਸ ਮੁੱਦੇ ਦੇ ਉੱਤੇ ਕਿ ਸੈਸ਼ਨ ਬੁਲਾਉਣ ਦੇ ਵਾਸਤੇ ਏਜੰਡਾ ਭੇਜੋ, ਔਰ ਏਜੰਡੇ ਦੇ ਵਿੱਚ ਭਾਵੇਂ ਉਹਨਾਂ ਨੇ ਵਿਸ਼ਵਾਸ ਮਤ ਪ੍ਰਸਤਾਵ ਵਾਲੀ ਗੱਲ ਨਹੀਂ ਲਿਖੀ ਸੀ, ਪਰ ਉਸ ਅਸੈਂਬਲੀ ਸੈਸ਼ਨ ਦੇ ਵਿੱਚ ਵਿਸ਼ਵਾਸ ਮਤ ਹਾਸਿਲ ਕੀਤਾ ਸੀਗਾ। ਔਰ ਉਸ ਮੁੱਦੇ ਦੇ ਉੱਤੇ ਗਵਰਨਰ ਸਾਹਿਬ ਬਾਅਦ ਵਿੱਚ ਕੁਝ ਬਹੁਤਾ ਕਰ ਨਹੀਂ ਪਾਏ ਸੀਗੇ। ਗਵਰਨਰ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਦੇ ਕਿਹੜੇ ਕਨਸਟੀਟਿਊਸ਼ਨਲ ਰਾਈਟਸ ਨੇ। ਹੁਣ ਗੱਲ ਤੇ ਇੱਥੇ ਤੱਕ ਪਹੁੰਚਦੀ ਹੈ ਕਿ ਵਿਰੋਧੀ ਦਲ ਕੋਈ ਮੁੱਦਾ ਪੰਜਾਬ ਜਾਂ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਹੁੰਦਾ ਹੈ, ਉਹਦੇ ਵਿੱਚ ਇੱਕ ਮੈਮੋਰੈਂਡਮ ਤਿਆਰ ਕਰਦੇ ਨੇ ਤੇ ਉਹ ਚਲੇ ਜਾਂਦੇ ਨੇ ਗਵਰਨਰ ਹਾਊਸ। ਉਹਨਾਂ ਨੂੰ ਲੱਗਦਾ ਵੀ ਗਵਰਨਰ ਹਾਊਸ ਦੇ ਵਿੱਚ ਹੀ ਸਾਡਾ ਹੀ ਬੰਦਾ ਬੈਠਾ ਹੈ, ਯਾਨੀ ਉਹਨਾਂ ਨੂੰ ਕੋਈ ਚੀਜ਼ ਦਿਓਗੇ ਤੇ ਇਹ ਮੁੱਦਾ ਹੋਰ ਵੱਡਾ ਹੋ ਜਾਊਗਾ। ਹਾਲਾਂਕਿ ਵਿਰੋਧੀ ਪਾਰਟੀਆਂ ਦੀ ਮੇਨ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸੜਕਾਂ ਤੇ ਉਤਰ ਕੇ ਮੁੱਦਿਆਂ ਦੇ ਉੱਤੇ ਲੋਕਾਂ ਦੇ ਵਿੱਚ ਆਕਰੋਸ਼ ਨੂੰ ਜਗਾਓ, ਲੋਕਾਂ ਦੇ ਵਿੱਚ ਰੋਸ਼ ਨੂੰ ਲੈ ਕੇ ਜਾਓ। ਪਰ ਉਹ ਸਿੱਧਾ ਗਵਰਨਰ ਹਾਊਸ ਜਾ ਕੇ ਇੱਕ ਚਿੱਠੀ ਜੀ ਦੇ ਕੇ ਬਾਹਰ ਆ ਕੇ ਉਹ ਗੱਲ ਕਰਕੇ, ਕਿਉਂਕਿ ਅੱਗੇ ਗਵਰਨਰ ਸਾਹਿਬ ਬੈਠੇ ਹੀ ਨੇ, ਉਹ ਆਪਣੇ ਆਪ ਉਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਦੇ ਨਾਲ ਇੱਕ ਟਕਰਾਅ ਦੀ ਸਥਿਤੀ 'ਚ ਆ ਜਾਣਗੇ। ਭਾਵੇਂ ਸੁਖਪਾਲ ਸਿੰਘ ਖਹਿਰਾ ਹੋਣਾ ਹੋਣ ਜਾਂ ਪ੍ਰਤਾਪ ਸਿੰਘ ਬਾਜਵਾ ਹੋਣਾ ਹੋਣ, ਇਹਨਾਂ ਨੂੰ ਤੁਸੀਂ ਦੇਖਿਆ ਕਦੀ ਸੜਕਾਂ ਦੇ ਉੱਤੇ ਐਜੀਟੇਸ਼ਨ ਕਰਦੇ ਹੋਵੇ? ਉਹ ਆਪਣੀ ਇੱਕ ਚਿੱਠੀ, ਆਪਣਾ ਮੈਮੋਰੈਂਡਮ ਗਵਰਨਰ ਸਾਹਿਬ ਨੂੰ ਦੇ ਕੇ ਚਲੇ ਜਾਂਦੇ ਨੇ। ਇਹ ਲੜਾਈ ਮੱਲੋ ਮੱਲੀ ਬਣੀ ਹੋਈ ਹੈ, ਮੁੱਦਾ ਬਹੁਤਾ ਹੈ ਨਹੀਂ ਜਿਸ ਗੱਲ ਦੇ ਉੱਤੇ, ਕਿਉਂਕਿ ਗਵਰਨਰ ਸਾਹਿਬ ਨੂੰ ਇਨਫੋਰਮੇਸ਼ਨ ਦੇਣਾ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਮੁੱਖ ਮੰਤਰੀ ਦੀ ਡਿਊਟੀ ਹੈ। ਪਰ ਇਹ ਕਿਸੇ ਵੀ ਜਗ੍ਹਾ ਨਹੀਂ ਲਿਖਿਆ ਹੋਇਆ ਹੈ ਕਿ ਗਵਰਨਰ ਸਾਹਿਬ ਜੋ ਰਿਕਮੈਂਡੇਸ਼ਨ ਕਰਦੇ ਨੇ ਉਹ ਇੱਕ ਇਲੈਕਟਿਡ ਚੀਫ ਮਿਨਿਸਟਰ ਨੂੰ ਮੰਨਣਾ ਹੀ ਪਏਗਾ।
ਉਹ ਇਨਫੋਰਮੇਸ਼ਨ ਦੇ ਦੇਣ ਕਿ ਕਟਾਰੂ ਚੱਕ ਦੇ ਮਾਮਲੇ ਵਿੱਚ ਅਸੀਂ ਕੋਈ ਐਕਸ਼ਨ ਨਹੀਂ ਲਿੱਤਾ ਕਿਉਂਕਿ ਬਣਦਾ ਹੀ ਨਹੀਂ ਹੈ। ਇਸ ਤੋਂ ਅੱਗੇ ਜਾ ਕੇ ਗਵਰਨਰ ਸਾਹਿਬ ਕੋਲ ਇਹ ਪਾਵਰ ਨਹੀਂ ਹੈਗੀ ਕਿ ਉਹ ਭਾਵੇਂ ਕਿਸੇ ਮੰਤਰੀ ਦੇ ਖਿਲਾਫ ਜਾਂ ਕਿਸੇ ਅਧਿਕਾਰੀ ਦੇ ਖਿਲਾਫ ਐਕਸ਼ਨ ਦੀ ਮੰਗ ਕਰਨ ਔਰ ਐਕਸ਼ਨ ਟੇਕਨ ਰਿਪੋਰਟ ਮੰਗਣ, ਜਿਹਦੀ ਗੱਲ ਕਈ ਵਾਰ ਬਾਰ-ਬਾਰ ਹੁੰਦੀ ਹੈ। ਭਾਸਕਰ ਸਾਹਿਬ, ਤੁਸੀਂ ਤਾਂ ਸਵਾਲ ਉਠਾਤਾ ਵੀ ਉਹ ਕਟਾਰੂ ਚੱਕ ਦੇ ਮਾਮਲੇ 'ਚ ਕਹਿ ਦੇਣ ਕਿ ਉਹ ਬਣਦਾ ਹੀ ਨਹੀਂ ਮਾਮਲਾ ਤੇ ਅਸੀਂ ਇਸ ਕਰਕੇ ਤੁਹਾਨੂੰ ਆ ਭੇਜ ਰਹੇ ਜੀ ਜਾਣਕਾਰੀ, ਤੇ ਅਗਲੇ ਪੁੱਛ ਲੈਣਗੇ ਵੀ ਜਿਹੜੀ ਮੈਂ ਵੀਡੀਓ ਇਧਰੋਂ ਲੈਬ ਟੈਸਟ ਕਰਾ ਕੇ ਭੇਜੀ ਸੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ, ਐਥੀਕਲੀ ਜਾਂ ਅਖਲਾਕੀ ਤੌਰ ਤੇ ਅਸੀਂ ਇਸ ਮੁਆਸ਼ਰੇ 'ਚ ਰਹਿੰਦੇ ਆ, ਇਹਦੇ ਬਾਰੇ ਮਾੜਾ ਜਿਹਾ ਮੁੱਖ ਮੰਤਰੀ ਸਾਹਿਬ ਦੱਸ ਦਿਓ ਵੀ। ਤੇ ਕੁਆਰੀ ਆ ਨਾ, ਤੇ ਮੈਨੂੰ ਲੱਗਦਾ ਹੈ ਕਿ ਕਿਉਂ ਫਸਣਾ ਅਗਲਿਆਂ ਨੇ, ਅਗਲੇ ਸਮਝਦੇ ਆ ਵੀ ਇਹ ਚੀਜ਼ਾਂ ਤੋਂ ਪਾਸੇ ਬਾਈਪਾਸ ਕਰਕੇ ਨਿਕਲ ਜੋ ਚੰਗਾ ਹੁੰਦਾ ਜੀ। ਹਾਂਜੀ, ਬਹਿ ਕੇ ਨਿਕਲ ਜੋ, ਸਾਡੇ ਪੰਜਾਬੀ 'ਚ ਕਹਿੰਦੇ ਨਾ। ਹਾਂ, ਗੱਲ ਹੁਣ ਤੋਰ ਦਿਓ, ਅਗਲਾ ਮਾਮਲਾ ਸੁਖਬੀਰ ਵਾਲਾ ਵੀ ਨਾਲ ਟੱਚ ਕਰ ਲਓ। ਸੁਖਬੀਰ ਸਿੰਘ ਬਾਦਲ ਉਹਨਾਂ ਔਰ ਭਗਵੰਤ ਮਾਨ ਮੁੱਖ ਮੰਤਰੀ ਸਾਡੇ ਹੈਗੇ ਨੇ, ਇਹਨਾਂ ਦੇ ਵਿੱਚ ਖਾਸ ਕਰਕੇ ਪੋਲੀਟੀਕਲ ਭਾਸ਼ਣਾਂ ਦੇ ਵਿੱਚ ਤਲਖੀ ਹਮੇਸ਼ਾ ਦੇਖੀ ਗਈ ਹੈ। ਖੈਰ, ਭਗਵੰਤ ਮਾਨ ਉਹਨਾਂ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬਾਰੇ ਜਦ ਵੀ ਗੱਲ ਕਰਦੇ ਨੇ, ਭਾਵੇਂ ਵਿਧਾਨ ਸਭਾ ਦੇ ਅੰਦਰ ਜਾਂ ਵਿਧਾਨ ਸਭਾ ਦੇ ਬਾਹਰ, ਉਹ ਤੁਹਾਨੂੰ ਯਾਦ ਹੈ, ਹੁਣ ਆਪਾਂ ਸਾਨੂੰ ਤੇ ਬੋਲਦੇ ਹੋਏ ਵੀ ਚੰਗਾ ਨਹੀਂ ਲੱਗਦਾ, ਪਰ ਕੀ ਕਰੀਏ, ਉਹ ਗੱਲ ਬਲਟੋਆ ਸਾਹਿਬ ਨੇ ਕਹਿਤੀ ਵੀ ਆ ਕਿੰਨੇ ਕਿਹਾ ਸੀ ਸੁੱਖਾ ਗੱਪੀ, ਇਹ ਕਿੰਨੇ ਕਿਹਾ ਸੀ ਮੰਦਬੁੱਧੀ। ਸਾਡੇ ਪ੍ਰਧਾਨ ਨੂੰ ਭਗਵੰਤ ਮਾਨ ਉਹਨਾਂ ਨੇ ਮੰਦਬੁੱਧੀ ਕਿਹਾ। ਔਰ ਮੰਦਬੁੱਧੀ ਦਾ ਮਤਲਬ ਕੀ ਹੁੰਦਾ ਹੈ? ਉਹ ਕਹਿੰਦੇ ਸਿਰਫ ਵੱਟੇ ਹੀ ਨਹੀਂ ਮਾਰਦਾ। ਜਦ ਏਦਾਂ ਦੀ ਗੱਲਾਂ ਮੁੱਖ ਮੰਤਰੀ ਉਹਨਾਂ ਕਰਨਗੇ ਤੇ ਇਹਦਾ ਜਵਾਬ ਫਿਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਦੇ ਦਿੱਤਾ ਜਾਂ ਨਿਕਲ ਗਿਆ ਜਵਾਬ। ਉਹਨਾਂ ਨੇ ਸਾਰੇ ਮੁੱਖ ਮੰਤਰੀ ਆ ਜਿਹੜੇ ਪੂਰਵ ਮੁੱਖ ਮੰਤਰੀ ਸੀ ਸਭ ਦੇ ਨਾਲ ਹਿਸਾਬ ਲਾਇਆ। ਔਰ ਬਰਨਾਲਾ ਸਾਹਿਬ ਤੋਂ ਸ਼ੁਰੂ ਹੋਏ, ਕਹਿੰਦੇ 2.5 ਸਾਲ ਰਹੇ ਬਰਨਾਲਾ ਸਾਹਿਬ, ਉਸ ਤੋਂ ਬਾਅਦ ਬਾਦਲ ਸਾਹਿਬ ਤੇ ਕਹਿੰਦੇ 20 ਸਾਲ ਰਹੇ। ਹਾਲਾਂਕਿ 20 ਸਾਲ ਪੂਰੇ ਰਹੇ ਕਿ ਨਹੀਂ ਰਹੇ ਇਹਦੇ ਉੱਤੇ ਥੋੜਾ ਜਿਹਾ ਡਾਊਟ ਹੈ। ਔਰ ਕੈਪਟਨ ਅਮਰਿੰਦਰ ਸਿੰਘ ਸਾਹਿਬ ਉਹ ਵੀ ਰਹੇ 10 ਸਾਲ। ਤੇ ਆ ਹੁਣ ਦਾ ਜਿਹੜਾ ਕੁਝ ਕਿਹਾ ਸੀਗਾ ਉਹ ਸਾਡੇ ਵਾਸਤੇ ਤੇ ਹੈ ਨਹੀਂ ਬੋਲਣਾ, ਕਿਉਂਕਿ ਅਸੀਂ ਮੁੱਖ ਮੰਤਰੀ ਦੀ ਇੱਜ਼ਤ ਕਰਦੇ ਹਾਂ। ਮੁੱਖ ਮੰਤਰੀ ਨੇ ਵੀ ਆਪ ਹੀ ਕਹਿਤਾ ਕਿ ਮੈਨੂੰ ਕਹਿੰਦੇ ਪਾਗਲ ਜਿਹਾ, ਜੇ ਮੈਂ ਪਾਗਲ ਜਿਹਾ ਹੈਗਾ ਤੇ ਮੈਂ ਪੰਜਾਬ ਨੂੰ ਲੁੱਟਦਾ ਨਹੀਂ, ਮੈਂ ਪੰਜਾਬ ਨੂੰ ਤੁਹਾਡੇ ਵਰਗਾ ਲੁੱਟਦਾ ਨਹੀਂ। ਇਹ ਗੱਲਾਂ ਉਹਨਾਂ ਨੇ ਜ਼ਰੂਰ ਕਹੀਆਂ, ਪਰ ਜਿਹੜੀ ਗੱਲਾਂ ਨੂੰ ਕਰਨ ਵਾਸਤੇ ਅਸੀਂ ਹੈਜ਼ੀਟੇਟ ਕਰਦੇ ਆ, ਇਹ ਤੇ ਆਪ ਹੀ ਕਰੀ ਜਾਂਦੇ ਨੇ। ਉਹ ਜਾਂ ਆਪ ਨਹੀਂ ਵੀ ਕਰਦੇ ਤੇ ਇਹਨਾਂ ਦੇ ਸਾਥੀ ਕਰਦੇ ਨੇ। ਹੁਣ ਮੰਦਬੁੱਧੀ ਆ ਜਿਹੜੀ ਵੱਟੇ ਨਹੀਂ ਮਾਰਦਾ ਹੈ, ਸਾਰੀ ਗੱਲਾਂ ਆ ਰਹੀਆਂ। ਮੈਨੂੰ ਲੱਗਦਾ ਹੈ ਪੰਜਾਬ ਦੀ ਰਾਜਨੀਤੀ ਕਿਸੇ ਤੀਜੇ ਪਾਸੇ ਜਾ ਰਹੀ ਹੈ। ਹਜੇ ਤੱਕ ਤੇ ਟਕਰਾਵ ਦੀ ਰਾਜਨੀਤੀ ਹੁੰਦੀ ਸੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਮਾਂਝੇ ਫੇਰਨ ਵਾਲੀ ਗੱਲ, ਲੰਮੇ ਪਾਣ ਵਾਲੀ ਗੱਲ, ਉਹਨਾਂ ਨੂੰ ਤੇ ਪੰਜਾਬੀਆਂ ਨੇ ਲਾਈਕ ਕੀਤਾ ਸੀਗਾ। ਪਰ ਜਿਹੜੀ ਗੱਲਾਂ ਹੁਣ ਚੱਲ ਰਹੀਆਂ, ਪਿਛਲੇ ਦਿਨਾਂ ਦੇ ਵਿੱਚ 1 ਜੂਨ ਨੂੰ ਜੋ ਕੁਝ ਹੋਇਆ, ਉਹ ਕਹਿੰਦੇ ਜੀ ਕਿਹਦਾ ਪਿਓ ਕੌਣ ਤੇ ਕਿਹਦੀ ਪਤਨੀ ਕੌਣ, ਇਹ ਸਾਰੀ ਗੱਲਾਂ ਜੇ ਮੁੱਖ ਮੰਤਰੀ ਵਾਲੇ ਪਾਸੋਂ ਵੀ ਆਵੇ, ਵਿਰੋਧੀ ਦਲ ਵਾਲੇ ਵੀ ਪਾਸੇ ਆਣ, ਤੇ ਪੰਜਾਬ ਦੇ ਲੋਕ ਬਹੁਤਾ ਇਹਨੂੰ ਲਾਈਕ ਨਹੀਂ ਕਰ ਰਹੇ। ਪਰ ਹੈ ਗੱਲ ਹੁਣ ਪੋਲਿਟਿਕਸ ਦੇ ਵਿੱਚ ਬੜੀ ਸਿਖਰ ਤੇ ਚਲੀ ਗਈ। ਔਰ ਅੱਜ 16 ਜੂਨ ਹੈ, ਬਰਜਿੰਦਰ ਸਿੰਘ ਹਮਦਰਦ ਉਹਨਾਂ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਗੇ ਤੇ ਉਹ 1 ਜੂਨ ਵਾਲੇ ਸਾਰੇ ਲੀਡਰ, ਉਹਨਾਂ ਵਿੱਚੋਂ ਕੁਝ ਤੇ ਬਾਹਰ ਹੀ ਚਲੇ ਗਏ। ਹੁਣ ਤੁਸੀਂ ਖੁਦ ਹੀ ਦੱਸ ਰਹੇ ਹੋ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਚਲੇ ਗਏ ਬਾਹਰ, ਤੇ ਬਾਕੀ ਸਾਰੇ ਲੀਡਰ ਸੀਗੇ ਉਹ ਅੱਜ ਉਹ ਕੋਈ ਛੋਟੀ ਜੀ ਵੱਡੀ ਜੀ ਬੱਸ ਦੇ ਵਿੱਚ ਭਰ ਕੇ ਸ਼ਾਇਦ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਵਿਜੀਲੈਂਸ ਬਿਊਰੋ ਵਿੱਚ ਜਾਣਗੇ ਕਿ ਨਹੀਂ ਜਾਣਗੇ। ਇਹ ਵੀ ਇੱਕ ਬੜੀ ਵੱਡੀ ਦੇਖਣ ਵਾਲੀ ਗੱਲ ਹੈ। ਸਾਨੂੰ ਪਤਾ ਨਹੀਂ ਅਜੇ ਭਾਸਕਰ ਸਾਹਿਬ ਵੀ ਸੁਖਬੀਰ ਜੀ ਚੜ ਗਏ ਆ ਕਿ ਨਹੀਂ, ਉਹਨਾਂ ਇਜਾਜ਼ਤ ਮੰਗੀ ਆ। ਮੰਨਿਆ ਜਾ ਰਿਹਾ ਵੀ ਜਦੋਂ ਇਜਾਜ਼ਤ ਮਿਲੇ ਨਾਲ ਹੀ ਚਲੇ ਜਾਣਗੇ। ਪਰ ਇਹ ਇੰਦਰਪ੍ਰੀਤ ਜੀ ਵੈਸੇ ਨਾ ਇਹਨੂੰ ਕਹਿੰਦੇ ਆ ਜਰਨਲਿਜ਼ਮ, ਇਹਨੂੰ ਕਹਿੰਦੇ ਆ ਤਰੀਕਾ। ਭਾਸਕਰ ਸਾਹਿਬ ਨੇ ਮੈਂ ਨਹੀਂ ਕਹਿਣਾ ਤੇ ਕੁਝ ਰਹਿਣ ਵੀ ਨਹੀਂ ਦੇਣਾ, ਉਹ ਸਾਰਾ ਕੁਝ ਉਹ ਫਾਰਮੂਲਾ ਲਾਇਆ, ਆਪਣੇ ਮੂੰਹੋਂ ਕੱਖ ਨਹੀਂ ਕਿਹਾ, ਉਹਨਾਂ ਦੇ ਮੂੰਹੋਂ ਕਵਾਇਆ। ਇਹ ਤਾਂ ਭਗਵੰਤ ਮਾਨ ਵਾਲੀ ਜਗ੍ਹਾ ਲੈਣ ਨੂੰ ਫਿਰਦੇ ਆ, ਕਿਉਂਕਿ ਹੁਣ ਸਾਡੀ ਵਿਅੰਗਾਤਮਕ ਸ਼ੈਲੀ ਖਤਮ ਹੁੰਦੀ ਜਾ ਰਹੀ ਆ। ਜਿਹੜੇ ਸਟੈਂਡ ਅਪ ਕਮੇਡੀ ਜਾਂਦੀ ਹੈ, ਕਿਉਂਕਿ ਸਾਡੇ ਜਸਵਿੰਦਰ ਭੱਲਾ ਵਰਗੇ, ਗੁਰਪ੍ਰੀਤ ਘੋਗੀ ਵਰਗੇ, ਉਹ ਸਾਰੇ ਫਿਲਮਾਂ ਦੇ ਵਿੱਚ ਇੰਨੇ ਵਿਅਸਤ ਆ ਕਿ ਹੁਣ ਕੈਸਟਾਂ ਨਹੀਂ ਆਉਂਦੀਆਂ, ਕੋਈ ਟਰੈਕ ਨਹੀਂ ਆਉਂਦੇ, ਕੋਈ ਸਟੈਂਡ ਅਪ ਕਮੇਡੀ ਦਾ ਸ਼ੋਅ ਨਹੀਂ ਚੱਲਦਾ ਪੰਜਾਬ ਦੇ ਵਿੱਚ। ਤਾਂ ਭਾਸਕਰ ਸਾਹਿਬ ਬੜੀ ਆਸਾਨੀ ਨਾਲ ਉਹ ਜਗ੍ਹਾ ਲੈ ਸਕਦੇ ਆ। ਤੇ ਇਹਨਾਂ ਦੀ ਹਿੰਦੀ ਪੰਜਾਬੀ ਮਿਕਸ ਜਦੋਂ ਇੱਕ ਮਤਲਬ ਕਹਿੰਦੇ ਨਾ ਕਿ ਇੱਕ ਜਲਵਾ ਹੋ ਸਕਦਾ, ਇਹਦੇ ਤੇ ਸੋਚੀਏ, ਸ਼ੋਅ ਇਦਾਂ ਦਾ ਇੱਕ ਕਰੀਏ। ਖੈਰ, ਮੈਂ ਤੁਹਾਡੇ ਤੋਂ ਟਿੱਪਣੀ ਇਹਨਾਂ ਮਾਮਲਿਆਂ 'ਚ ਲੈਣੀ ਆ ਇੰਦਰਪ੍ਰੀਤ ਜੀ, ਕਿ ਜਿਹੜੀ ਇਹ ਮੁੱਖ ਮੰਤਰੀ ਤੇ ਸੁਖਬੀਰ ਬਾਦਲ 'ਚ ਛਿੜੀ ਜੰਗ ਹੈ, ਇਹਦੇ ਕੋਈ ਹੋਰ ਮਾਨੇ ਵੀ ਹੈ? ਨਹੀਂ, ਮੈਨੂੰ ਲੱਗਦਾ ਕਿ ਇੱਕ ਜਿਹੜੀ ਫਰਸਟ੍ਰੇਸ਼ਨ ਜੀ ਹੈਗੀ ਹੈ ਉਹੀ ਦਿਖ ਰਹੀ ਹੈ ਦੋਨਾਂ ਦੇ ਵਿੱਚ ਹੀ। ਮੈਨੂੰ ਇਸ ਤੋਂ ਲੱਗ ਰਿਹਾ ਕਿ ਮੈਂ ਤਾਂ ਇਹ ਗੱਲ ਜ਼ਰੂਰ ਪਹਿਲਾਂ ਭਾਸਕਰ ਸਾਹਿਬ ਨਾਲ ਹੀ ਡਿਸਕਸ ਕਰ ਰਿਹਾ ਸੀ ਪ੍ਰੋਗਰਾਮ ਤੋਂ ਪਹਿਲਾਂ। ਮੈਂ ਕਿਹਾ ਵੀ ਕੱਲ ਅਜੇ ਅਸੀਂ ਹੁਣੀ ਇਹ ਡਿਸਕਸ ਕਰਕੇ ਹਟੇ ਹਾਂ ਕਿ ਰਾਹੁਲ ਗਾਂਧੀ ਨੂੰ ਇਸੇ ਕਰਕੇ ਆਪਣੀ ਸਦੱਸਤਾ ਖਤਮ ਕਰਵਾਉਣੀ ਪਈ ਹੈ। ਆ ਜਿਹੜੀ ਜਿਹੜਾ ਬੋਲਣ ਦਾ ਹੈ ਨਾ, ਜਿਹੜੇ ਸ਼ਬਦ ਨੇ ਉਹ ਸੋਚ ਸਮਝ ਕੇ ਜਦੋਂ ਨਹੀਂ ਕੱਢਦੇ ਤਾਂ ਤੁਸੀਂ ਦੇਖੋ ਉਹਨਾਂ ਦੀ ਪਾਰਲੀਮੈਂਟਸ਼ਿਪ ਚਲੀ ਗਈ ਹੈ, ਪਾਰਲੀਮੈਂਟ ਮੈਂਬਰਸ਼ਿਪ ਚਲੀ ਗਈ ਹੈ। ਔਰ ਇੱਥੇ ਖਾਸ ਤੌਰ ਤੇ ਜਦੋਂ ਸੁਖਬੀਰ ਬਾਦਲ ਮੈਂ ਦੇਖ ਰਿਹਾ ਸ਼ਾਇਦ ਕਿਸੇ ਧਾਰਮਿਕ ਸਥਲ ਤੇ ਹੀ ਬੈਠੇ ਹੋਏ ਲੱਗ ਰਹੇ ਆ, ਜੋ
ਉਹਨਾਂ ਦਾ ਉਹ ਦਿਖ ਰਿਹਾ ਹੈ। ਜੇ ਉੱਥੇ ਵੀ ਅੰਦਰ ਰਹਿ ਕੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਹੈ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਕੋਈ ਮਰਿਆਦਾ ਰਹਿ ਹੀ ਨਹੀਂ ਗਈ ਹੈ। ਫਿਰ ਤਾਂ ਆਪਾਂ ਮਰਿਆਦਾ ਦੀਆਂ ਗੱਲਾਂ ਨਾ ਹੀ ਕਰੀਏ। ਜਿਹੜਾ ਵੀ ਬੰਦਾ, ਕੋਈ ਵੀ ਬੰਦਾ ਇੱਕ ਸ਼ਬਦ ਯੂਜ਼ ਕਰਦਾ ਹੈ ਤੇ ਸਾਹਮਣੇ ਵਾਲੇ ਤੋਂ ਇਹ ਤਵੱਕੋ ਨਾ ਕਰੇ ਕਿ ਉਹ ਓਨਾ ਕੀ ਹੀ ਵਾਰ ਕਰੇਗਾ, ਉਹ ਉਦੋਂ ਵੱਧ ਵੀ ਕਰ ਸਕਦਾ ਹੈ, ਦੁੱਗਣਾ ਵੀ ਕਰ ਸਕਦਾ ਹੈ, ਚੌਗਣਾ ਵੀ ਕਰ ਸਕਦਾ ਹੈ। ਸੋ ਇਹਦੀ ਮਤਲਬ ਜਿਹੜੀ ਇੱਕ ਸੀਮਾ ਕਿੱਥੇ ਤੱਕ ਤੈਅ ਹੋਊਗੀ, ਇਹ ਮੈਨੂੰ ਲੱਗਦਾ ਕਿ ਸਾਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈਗੀ ਹੈ। ਬਿਲਕੁਲ ਠੀਕ ਹੈ ਭਾਸਕਰ ਸਾਹਿਬ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਬੋਲ ਬਾਣੀ ਹੈ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਤਲਖੀਆਂ ਨੇ, ਇਹ ਸਾਡੇ ਪੰਜਾਬੀ ਜ਼ਿਆਦਾ ਉਹ ਨਹੀਂ ਕਰਦੇ, ਲਾਈਕ ਨਹੀਂ ਕਰਦੇ। ਤੁਸੀਂ ਕਿਸੇ ਨਾਲ ਵੀ ਗੱਲ ਕਰੋ ਤਾਂ ਉਹ ਤੁਹਾਨੂੰ ਇਹੀ ਕਹਿਣਗੇ ਯਾਰ ਵੀ ਇਹ ਕੋਈ ਭਾਸ਼ਾ ਹੈ ਜਾਂ ਇਹ ਕੋਈ ਮੁੱਦੇ ਨੇ ਪੰਜਾਬ ਦੇ ਜਿਹੜੇ ਅਸੀਂ ਡਿਸਕਸ ਕਰ ਰਹੇ ਹਾਂ। ਐਕਚੁਅਲੀ ਜਿਹੜੇ ਮੁੱਦੇ ਨੇ ਉਹ ਡਿਸਕਸ ਹੀ ਨਹੀਂ ਹੋ ਰਹੇ ਔਰ ਉਹਨਾਂ ਤੇ ਕੋਈ ਗੱਲ ਨਹੀਂ ਕਰ ਰਹੀ, ਨਾ ਪੋਲੀਟੀਕਲ ਪਾਰਟੀਆਂ ਨਾ ਸੱਤਾ ਦਲ। ਇੱਕ ਦੂਜੇ ਨੂੰ ਬਸ ਜਿਵੇਂ ਬਾਲ ਪਾਸ ਕਰਨ ਵਾਲੀ ਜਿਹੜੀ ਗੱਲ ਹੈਗੀ ਹੈ ਉਹੀ ਚੱਲੀ ਜਾ ਰਹੀ ਹੈ। ਮੈਨੂੰ ਲੱਗਦਾ ਕਿ ਇਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਯਾਰ ਪੰਜਾਬ ਕਿੰਨੀ ਵੱਡੇ ਸੰਕਟ ਦੀ ਸਥਿਤੀ 'ਚ ਫਸਿਆ ਹੋਇਆ ਔਰ ਉਹਨੂੰ ਕੱਢਣਾ ਕਿਵੇਂ ਹੈ, ਇਸ ਤੇ ਕੋਈ ਡਿਸਕਸ਼ਨ ਨਹੀਂ ਚੱਲ। ਬਿਲਕੁਲ, ਸਾਡੀ ਆਰਥਿਕ ਸਥਿਤੀ ਬੜੀ ਡਾਵਾਡੋਲ ਹੈ। ਸਾਡੇ ਬੱਚਿਆਂ ਦਾ ਇੱਥੇ ਨਾ ਰੁਕਣਾ, ਨੌਕਰੀਆਂ ਦਾ ਨਾ ਹੋਣਾ, ਲਾਈਫ ਸਟਾਈਲ ਤੋਂ ਉਕਤਾ ਜਾਣਾ, ਨਵੇਂ ਰਾਹ ਰਸਤੇ ਲੱਭਣੇ, ਇੱਥੇ ਅਨਰੈਸਟ ਦਾ ਹੋਣਾ, ਨਿੱਕੀ ਜੀ ਚਿੰਗਾਰੀ ਦਾ ਭਾਂਬੜ ਬਣ ਜਾਣਾ, ਇੰਨੇ ਮੁੱਦੇ ਨੇ। ਔਰ ਇਹੀ ਮੁੱਦੇ ਤਾਂ ਸ਼ਾਇਦ ਇਹਨਾਂ ਨੂੰ ਸਿਆਸੀ ਦਿਸ਼ਾ ਵੀ ਦਿੰਦੇ। ਭਾਸਕਰ ਸਾਹਿਬ, ਅਖੀਰ 'ਚ ਜਿਹੜੀ ਰਾਸ਼ਟਰੀ ਰਾਜਨੀਤੀ ਆ ਉਹਦੇ ਉੱਤੇ ਸਾਨੂੰ ਇੱਕ ਝਾਤ ਪਵਾ ਦਿਓ, ਪੰਛੀ ਝਾਤ। ਕੇਜਰੀਵਾਲ ਸਾਹਿਬ ਨੂੰ ਗਿਲਾ ਹੈ ਕਿ ਫਾਈਲਾਂ ਸਾਰੀਆਂ LG ਨੂੰ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਹੀ ਜਿਹੜੀ 23 ਤਰੀਕ ਨੂੰ ਪ੍ਰਸਤਾਵਿਤ ਮੀਟਿੰਗ ਹੈ ਬੀਜੇਪੀ ਦੇ ਸੱਤਾਧਾਰੀਆਂ ਦੇ ਵਿਰੋਧ ਦੇ ਵਿੱਚ ਬਾਕੀ ਪਾਰਟੀਆਂ ਦੀ ਇਕੱਠੀ, ਉਸ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਮੰਗਿਆ ਸਮਾਂ ਵੀ ਅਜੇ ਤੱਕ ਮੈਨੂੰ ਲੱਗਦਾ ਉਹ ਮੰਝਧਾਰ 'ਚ ਹੀ ਨੇ, ਕਾਂਗਰਸ ਨੇ, ਖੜਗੇ ਨੇ ਜਾਂ ਰਾਹੁਲ ਗਾਂਧੀ ਨੇ ਦਿੱਤਾ ਨਹੀਂ। ਸੋ ਜਿਹੜੀ ਸ਼ੁਰੂਆਤ ਹੈ ਉਸ ਤੋਂ ਪਹਿਲਾਂ ਹੀ ਇਹ ਬਿਖਰਾਓ, ਇਹ ਖੰਡਰਾ ਨਜ਼ਰ ਆ ਰਿਹਾ। ਜਿਹੜੀ ਏਕਤਾ ਹੈ, ਸੱਤਾ ਦੇ ਖਿਲਾਫ ਏਕਤਾ, ਇੱਕ ਮੰਚ ਬਣਨ ਦੀ ਗੱਲ ਪਹਿਲਾਂ ਹੀ ਟੁੱਟਦੀ ਨਜ਼ਰ ਆ ਰਹੀ ਹੈ। ਕੀ ਕਹਿੰਦੇ? ਜਿੱਥੇ ਤੱਕ ਗੱਲ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਕਰੀਏ, ਤੁਹਾਨੂੰ ਯਾਦ ਹੋਏਗਾ ਕੇਜਰੀਵਾਲ ਸਾਹਿਬ ਨੇ ਸਮਾਂ ਮੰਗਿਆ ਸੀਗਾ ਖੜਗੇ ਸਾਹਿਬ ਤੋਂ ਤੇ ਰਾਹੁਲ ਗਾਂਧੀ ਸਾਹਿਬ ਤੋਂ ਆਰਡੀਨੈਂਸ ਦੇ ਮੁੱਦੇ ਦੇ ਉੱਤੇ। ਰਾਜ ਸਭਾ ਦੇ ਵਿੱਚ ਉਹਨਾਂ ਨੇ ਸਪੋਰਟ ਮੰਗੀ ਸੀ ਕਿ ਇਹਨੂੰ ਆਪਾਂ ਪਾਸ ਨਹੀਂ ਹੋਣ ਦੇਣਾ। ਹਜੇ ਤੱਕ ਨਾ ਖੜਗੇ ਸਾਹਿਬ ਬੋਲੇ ਨਾ ਰਾਹੁਲ ਗਾਂਧੀ ਬੋਲੇ। ਰਾਹੁਲ ਗਾਂਧੀ ਉਹਨਾਂ ਵਿਦੇਸ਼ੀ ਦੌਰੇ ਤੇ ਹੈਗੇ ਨੇ, 19 ਤਰੀਕ ਦੇ ਕਰੀਬ ਉਹ ਆ ਸਕਦੇ ਨੇ ਵਾਪਸ। ਪਰ ਇਸ ਤੋਂ ਪਹਿਲੇ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਲੀਡਰਾਂ ਦੀ ਇੱਕ ਮੀਟਿੰਗ ਦਿੱਲੀ ਦੇ ਵਿੱਚ ਵੀ ਹੋਈ ਔਰ ਦਿੱਲੀ ਦੇ ਲੀਡਰਾਂ ਨੂੰ ਵੀ ਉਸ ਮੀਟਿੰਗ ਦੇ ਵਿੱਚ ਸੱਦ ਕੇ ਬੁਲਾਇਆ ਗਿਆ, ਪੁੱਛਿਆ ਗਿਆ ਵੀ ਕੀ ਕਰਨਾ ਹੈ। ਉਹ ਕਹਿੰਦੇ ਨਹੀਂ, ਭੁੱਲ ਕੇ ਵੀ ਕੇਜਰੀਵਾਲ ਉਹਨਾਂ ਨੂੰ ਕੋਈ ਸਪੋਰਟ ਨਹੀਂ ਦੇਣੀ। ਪਰ ਇਹਨਾਂ ਸਾਰੀ ਗੱਲਾਂ ਦੇ ਬਾਵਜੂਦ ਕੰਸੋ ਇਸ ਗੱਲ ਦੀ ਲੱਗੀ ਹੈ ਕਿ ਆਰਡੀਨੈਂਸ ਦੇ ਮੁੱਦੇ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਪੋਰਟ ਰਾਜ ਸਭਾ ਦੇ ਵਿੱਚ ਕਾਂਗਰਸ ਕਰ ਸਕਦੀ ਹੈ। ਪਰ ਅੱਗੇ ਚੱਲ ਕੇ ਪੋਲੀਟੀਕਲ ਮੁੱਦੇ ਦੇ ਉੱਤੇ ਜਾਂ ਸੂਬਿਆਂ ਦੇ ਵਿੱਚ ਕਿਸੇ ਤਰੀਕੇ ਦੀ ਗਠਬੰਧਨ ਦੀ ਗੱਲ ਦੇ ਉੱਤੇ ਫਿਲਹਾਲ ਦੋਨੋਂ ਪਾਰਟੀਆਂ ਗੁਰੇਜ਼ ਕਰ ਰਹੀਆਂ। ਸੌਰਵ ਭਾਰਦਵਾਜ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮਿਨਿਸਟਰ ਨੇ, ਕੱਲ ਉਹਨਾਂ ਨੇ ਕਾਂਗਰਸ ਦੇ ਮੁੱਦੇ ਦੇ ਉੱਤੇ ਹੀ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਕਾਂਗਰਸ ਤੇ ਆਪ ਹੀ ਥੱਲੇ ਆ ਰਹੀ ਹੈ ਔਰ ਆਪਣੇ ਆਪ ਨੂੰ ਵੱਡਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। 23 ਜੂਨ ਨੂੰ ਸਾਰੀ ਵਿਰੋਧੀ ਦਲ ਮੀਟਿੰਗ ਵਿੱਚ ਆਣਗੇ ਕਿ ਨਹੀਂ ਆਣਗੇ, ਇਸ ਗੱਲ ਦੇ ਉੱਤੇ ਸਾਡੀ ਵੀ ਨਜ਼ਰ ਬਣੀ ਹੋਈ ਹੈ ਔਰ ਸਾਡੇ ਤੋਂ ਜ਼ਿਆਦਾ ਭਾਜਪਾ ਦੀ ਨਜ਼ਰ ਬਣੀ ਹੋਈ ਹੈ। ਕਿਉਂਕਿ 23 ਜੂਨ ਤੋਂ ਬਾਅਦ 24 ਜੂਨ ਨੂੰ ਅਮਿਤ ਸ਼ਾਹ ਉਹਨਾਂ ਨੇ ਵੀ ਇੱਕ ਮੀਟਿੰਗ, ਇੱਕ ਰੈਲੀ ਬਿਹਾਰ ਦੇ ਵਿੱਚ ਹੀ ਰੱਖ ਲਈ ਹੈ ਔਰ ਉਸ ਬਿਹਾਰ ਦੀ ਮੀਟਿੰਗ ਦੇ ਵਿੱਚ ਉਹ ਵੀ ਕੋਈ ਆਪਣੀ ਰਣਨੀਤੀ, ਰਾਜਨੀਤੀ ਅੱਗੇ ਚੱਲ ਕੇ ਦਿਖਾ ਸਕਦੇ ਨੇ ਕਿ ਅੱਗੇ ਚੱਲ ਕੇ ਉਹ ਬਿਹਾਰ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹੋਰ ਪੋਲੀਟੀਕਲ ਪਾਰਟੀਆਂ ਨੂੰ ਜਾਂ ਇਹਨਾਂ ਪੋਲੀਟੀਕਲ ਪਾਰਟੀਆਂ ਜਿਹੜੀ 23 ਜੂਨ ਨੂੰ ਇਕੱਠੀਆਂ ਹੋਣਗੀਆਂ ਉਹਨਾਂ ਦੇ ਡਿਫਰੈਂਸਸ ਕੀ ਨੇ। ਪਿਛਲੇ ਦਿਨਾਂ ਦੇ ਵਿੱਚ ਖਬਰ ਛਪੀ ਕਿ CPI ਜਾਂ ਲੈਫਟ ਪਾਰਟੀਆਂ ਨੇ ਕੇਜਰੀਵਾਲ ਉਹਨਾਂ ਨੂੰ ਸਪੋਰਟ ਦੇ ਦਿੱਤੀ। ਜਦ ਇਹ ਖਬਰ ਛਪਦੀ ਹੈ ਔਰ ਖਾਸ ਕਰਕੇ ਬੰਗਾਲ ਦੇ ਵਿੱਚ ਛਪਦੀ ਹੈ ਤੇ ਫਿਰ ਮਮਤਾ ਬੈਨਰਜੀ ਨੂੰ ਥੋੜਾ ਜਿਹਾ ਲੱਗਦਾ ਵੀ ਮੈਂ ਵੀ ਇਹਨਾਂ ਨੂੰ ਸਪੋਰਟ ਕਰ ਰਹੀ ਹਾਂ, ਲੈਫਟ ਵਾਲੇ ਵੀ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ ਤੇ ਆਪਾਂ ਸਾਰੇ ਇੱਕ ਛਤਰੀ ਥੱਲੇ ਆ ਗਏ ਤੇ ਆਪਾਂ ਵਿਰੋਧ ਕਿਦਾਂ ਕਰਾਂਗੇ। ਯਾਨੀ ਇਹ ਸਾਰੀ ਗੱਲਾਂ ਦੇ ਉੱਤੇ ਭਾਜਪਾ ਬੜੇ ਇੰਟਰਸਟ ਨਾਲ ਦੇਖ ਰਹੀ ਹੈ ਕਿਉਂਕਿ ਇਹਨਾਂ ਦੇ ਵਿੱਚ ਜਦੋਂ ਵੀ ਖਲੇਰਾ ਪਏਗਾ ਔਰ ਜਿਹੜੀ ਵੀ ਪਾਰਟੀ ਮਾੜਾ ਜਿਹਾ ਵੀ ਬਾਹਰ ਡੀ ਤੋਂ ਨਜ਼ਰ ਆਈ ਤੇ ਉਹਨੂੰ ਭਾਜਪਾ ਵਾਲਿਆਂ ਨੇ ਫੜ ਲੈਣਾ। ਇਹ ਰਾਜਨੀਤੀ ਉਸ ਵੱਲ ਜਾ ਰਹੀ ਹੈ ਔਰ ਕੇਜਰੀਵਾਲ ਸਾਹਿਬ ਦਾ ਉਹ ਇੱਕ ਅਫਸੋਸ ਜਾਂ ਕਹੀਏ ਇੱਕ ਕੰਪਲੇਂਟ ਕਿ ਸਾਰੀ ਫਾਈਲਾਂ ਹੁਣ ਤੇ ਲੈਫਟੀਨੈਂਟ ਗਵਰਨਰ ਸਾਹਿਬ ਕੋਲ ਚੀਫ ਸੈਕਟਰੀ ਆਪ ਹੀ ਭੇਜੀ ਜਾਂਦੇ ਨੇ। ਆਰਡੀਨੈਂਸ ਜਾਰੀ ਹੋ ਗਿਆ, ਆਰਡੀਨੈਂਸ ਦੇ ਹਿਸਾਬ ਨਾਲ ਇਹ ਹੋਣਾ ਸੀਗਾ। ਕੇਜਰੀਵਾਲ ਸਾਹਿਬ ਇਹ ਤੇ ਪਤਾ ਹੀ ਸੀਗਾ ਵੀ ਸਾਰੀ ਫਾਈਲਾਂ ਉੱਥੇ ਹੀ ਜਾਣੀ ਹੈ, ਭਾਵੇਂ ਉਹ ਕਮੇਟੀ ਜੀ ਬਣਾਤੀ, ਉਸ ਕਮੇਟੀ ਨੂੰ ਕਿੰਨੀ ਕੁ ਤਵੱਜੋ ਦਿੱਤੀ ਜਾਏ, ਉਹ ਵੀ ਖਾਸ ਕਰਕੇ ਤਦ ਜਦ ਉਸ ਆਰਡੀਨੈਂਸ ਦਾ ਪੁਰਜ਼ੋਰ ਵਿਰੋਧ ਕਰਦੇ ਹੋਏ ਤੁਸੀਂ ਕਈ ਸੂਬਿਆਂ ਦੇ ਵਿੱਚ ਕਈ ਮੁੱਖ ਮੰਤਰੀਆਂ ਨੂੰ ਮਿਲ ਚੁੱਕੇ ਹੋ ਤੇ ਫਿਰ ਜਦ ਤੱਕ ਤੁਹਾਡਾ ਵਿਰੋਧ ਕੋਈ ਗੁੱਲ ਨਹੀਂ ਖਿਲਾਉਂਦਾ ਤਦ ਤੱਕ ਤੇ ਭਾਜਪਾ ਨੇ ਜੋ ਕੁਝ ਉਸ ਆਰਡੀਨੈਂਸ ਦੀ ਛਤਰੀ ਥੱਲੇ ਕਰਨਾ ਉਹ ਤੇ ਕਰਨਗੇ।
ਜੀ ਇੰਦਰਪ੍ਰੀਤ ਜੀ, ਇਹ 'ਚ ਇੱਕ ਟਿੱਪਣੀ ਤੁਹਾਡੇ ਕੋਲ ਲੈਣੀ ਆ ਆਖਰੀ, ਕੀ ਕੇਜਰੀਵਾਲ ਸਾਹਿਬ ਆ ਰਹੇ ਨੇ 20 ਨੂੰ ਕਿ ਨਹੀਂ? ਤੁਸੀਂ ਇਹ ਖਬਰ ਦਿੱਤੀ ਸੀ, ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੀਡੀਆ ਸੈੱਲਾਂ ਵੱਲੋਂ ਇਸ ਗੱਲ ਦਾ ਖੰਡਨ ਕਰਤਾ ਗਿਆ। ਕਈ ਇਲੈਕਟ੍ਰੋਨਿਕ ਚੈਨਲਸ ਤੇ ਖਬਰ ਜਦੋਂ ਚੱਲਣੀ ਸ਼ੁਰੂ ਹੋਈ ਤੁਹਾਡੀ ਖਬਰ ਤੋਂ ਬਾਅਦ, ਉਹ ਖਬਰ ਵਾਪਸ ਵੀ ਲੈ ਲਈ ਗਈ। ਤੇ ਕਈ ਵਾਰੀ ਜਦੋਂ ਕੋਈ ਖਬਰਾਂ ਰੋਕੀਆਂ ਜਾ ਰਹੀਆਂ ਹੋਣ ਵੀ ਇਹ ਗਲਤ ਆ ਜਾਂ ਉਹਦਾ ਖੰਡਨ ਕੀਤਾ ਜਾ ਰਿਹਾ ਹੋਵੇ, ਉਹ ਇਸ ਕਰਕੇ ਵੀ ਕੀਤਾ ਜਾ ਰਿਹਾ ਹੁੰਦਾ ਵੀ ਇਹ ਬਾਹਰ ਕਿਤਾ ਨਿਕਲ ਆਈ, ਇਹ ਤਾਂ ਚੁੱਪ ਚਪੀਤੇ ਵਾਪਰਨਾ ਸੀ। ਸੋ ਕੇਜਰੀਵਾਲ ਸਾਹਿਬ ਉੱਥੇ ਕਾਫੀ ਤਲਖ ਹੋਏ ਫਿਰਦੇ ਆ, ਤੇ ਇੱਥੇ ਉਸ ਦਿਨ ਜੇ ਆਉਂਦੇ ਨੇ ਤਾਂ ਸਾਡੇ ਵਾਲੇ ਵੀ ਕਾਫੀ ਤਲਖ ਹੋਣਗੇ ਉਹਨਾਂ ਦੇ ਸਾਹਮਣੇ ਵੀ ਦੇਖੋ ਜੀ, ਅਸੀਂ ਤੁਹਾਡੇ ਲਈ ਮਰਨ ਮਾਰਨ ਤੱਕ ਤਿਆਰ ਆ, ਸਿਆਸਤ ਵਿੱਚ ਚੱਕ ਥਲ ਕਰ ਦਿਆਂਗੇ, ਰਗੜ ਕੇ ਰੱਖ ਦਿਆਂਗੇ, ਸਾਰੇ ਸ਼ਬਦ ਸੁਣਨ ਨੂੰ ਮਿਲਣਗੇ ਕਿ ਨਹੀਂ। ਕੋਈ ਨਵੇਂ ਕਿਸਮ ਦੇ ਜਿਹੜੇ MLA ਆ ਉਹ ਪਿਛਲੇ ਬੰਨੇ ਬਾਹਾਂ ਟੰਗਦੇ ਵੀ ਨਜ਼ਰ ਆਉਣਗੇ ਜਾਂ ਠੰਡ ਠੰਡੌਲਾ ਰਹੂਗਾ? ਆਖਰੀ ਟਿੱਪਣੀ ਖਤਮ ਕਰੀਏ। ਦੇਖੋ, ਮੈਨੂੰ ਜਿਹੜੀ ਮੇਰੇ ਸੋਰਸਸ ਨੇ ਉਹਨਾਂ ਦੇ ਤਾਂ ਪੁਖਤਾ ਕੀਤਾ, ਮੈਂ ਬਾਅਦ ਚ ਵੀ ਉਹਨਾਂ ਤੋਂ ਪੁੱਛਿਆ, ਉਹ ਕਹਿੰਦੇ ਨਹੀਂ ਆ ਹੀ ਰਹੇ ਆ ਉਹ। ਈਵਨ ਇੰਟੈਲੀਜੈਂਸ ਦੀ ਰਿਪੋਰਟਸ ਵੀ ਇਹ ਗਈਆਂ ਨੇ ਕਿ ਉਹਨਾਂ ਦਾ ਫਾਈਨਲ ਹੋ ਗਿਆ ਪ੍ਰੋਗਰਾਮ। ਲੇਕਿਨ ਠੀਕ ਹੈ ਕਿ ਕਈ ਵਾਰ ਪੋਲੀਟੀਕਲ ਪਾਰਟੀਆਂ ਨੂੰ ਜਿਸ ਤਰ੍ਹਾਂ ਦੀ ਕੋਈ ਜਿਹੜੀ ਗੁਪਤ ਜੀ ਸੀਕ੍ਰੇਟ ਜੀ ਖਬਰ ਰੱਖੀ ਹੁੰਦੀ ਹੈ, ਨਹੀਂ ਬਾਹਰ ਆ ਜਾਏ ਕਿਸੇ ਤਰ੍ਹਾਂ, ਤਾਂ ਉਹ ਕਈ ਵਾਰ ਵਾਰਾ ਨਹੀਂ ਖਾਂਦੀ, ਤੇ ਇਸ ਕਰਕੇ ਉਹ ਕਹਿ ਦਿੰਦੇ ਆ ਵੀ ਨਹੀਂ ਇਹ ਖਬਰ ਗਲਤ ਹੈ ਜਾਂ ਪ੍ਰੋਗਰਾਮ ਚੇਂਜ ਹੋ ਗਿਆ ਜਾਂ ਕੁਝ ਵੀ ਇਸ ਤਰ੍ਹਾਂ ਦਾ ਬਹਾਨਾ ਬਣਾ ਕੇ ਕਰ ਲੈਂਦੇ ਹੈਗੇ ਆ। ਲੇਕਿਨ ਜੋ ਖਬਰ ਸੀਗੀ ਉਹ ਸੀ, ਕਿਉਂਕਿ ਜਿਹੜੀ ਰਿਪੋਰਟ ਗਈ ਹੈ ਉਹਦੇ ਆਧਾਰ ਤੇ ਸੀ। ਔਰ ਇਹ ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਸੀ ਵੀ ਕਿਉਂਕਿ ਸੈਂਟਰ ਦੇ ਜਿਹੜੇ ਆਰਡੀਨੈਂਸ ਹੈਗੇ ਆ ਉਹਦੇ ਖਿਲਾਫ ਆਮ ਆਦਮੀ ਪਾਰਟੀ ਬਹੁਤ ਜਿਹੜੀ ਹੈਗੀ ਆ ਨਿੱਠ ਕੇ ਲੱਗੀ ਹੋਈ ਹੈ। ਸਾਰੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ, ਰੀਜਨਲ ਪਾਰਟੀਆਂ ਨੇ, ਉਹਨਾਂ ਨੂੰ ਉਹ ਸਮਰਥਨ ਮੰਗ ਚੁੱਕੀਆਂ ਨੇ। ਈਵਨ ਚਾਹੇ ਉਹਨਾਂ ਦੇ ਵਿਰੋਧੀ ਹੋਣ, ਉਹਨਾਂ ਦਾ ਵੀ ਉਹ ਸਮਰਥਨ ਮੰਗ ਚੁੱਕੇ ਹੈ। ਜਿਵੇਂ ਮੈਂ ਕਹਿ ਰਿਹਾ ਵੀ ਇੱਥੇ ਕਾਂਗਰਸ ਨਾਲ ਲੜ ਰਿਹਾ ਤੇ ਉੱਥੇ ਕਾਂਗਰਸ ਦੀ ਮਤਲਬ ਉਹ ਮੰਗ ਰਿਹਾ। ਇਸ ਤਰ੍ਹਾਂ ਦੀ ਤੁਸੀਂ ਦੇਖੋ ਸਾਰੀ ਜਿਹੜੀਆਂ ਸਟੇਟਾਂ ਨੇ ਉਸ ਤੋਂ ਇਹੀ ਕੰਮ ਕਰ ਰਿਹਾ। ਤੇ ਕਿਉਂ ਨਹੀਂ ਉਸ ਕਿਸੇ ਇਹ ਜੇ ਸੂਬੇ ਦੇ ਵਿੱਚ ਜਿੱਥੇ ਉਹਨਾਂ ਦੀ ਭਾਰੀ ਬਹੁਮਤਾਂ ਨਾਲ ਸਰਕਾਰ ਹੈ, ਉੱਥੇ ਜਦੋਂ ਮਤਾ ਆਣਾ ਹੈ ਵੀ ਇਹ ਉਹਦਾ ਅਸੀਂ ਵਿਰੋਧ ਕਰਨਾ, ਤਾਂ ਮੈਨੂੰ ਲੱਗਦਾ ਕਿ ਉਹ ਕੇਜਰੀਵਾਲ ਸਾਹਿਬ ਉੱਥੇ ਆਣੇ। ਔਰ ਦੂਸਰੀ ਗੱਲ, ਉਸੇ ਦਿਨ ਹੀ ਜਿਹੜਾ ਯੋਗਾ ਡੇ ਹੈ ਉਹ ਇੱਕ ਦਿਨ ਪਹਿਲਾਂ ਮਨਾ ਰਿਹਾ, ਉਹਦੇ ਵਿੱਚ ਵੀ ਉਹਨਾਂ ਨੇ ਪਾਰਟਿਸਿਪੇਟ ਕਰਨਾ ਹੈ। ਸੋ ਮੈਨੂੰ ਲੱਗਦਾ ਕਿ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੀ ਹੋਣੀਆਂ ਨੇ। ਤੇ ਇਹ ਸਾਡੀ ਖਬਰ ਤਾਂ ਠੀਕ ਹੈ, ਬਾਕੀ ਹੁਣ ਪਾਰਟੀ ਨੇ ਪ੍ਰੋਗਰਾਮ ਬਦਲਤਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਜੀ। ਨਹੀਂ, ਇਹ ਜ਼ਰੂਰ ਹੈ ਰੰਧਾਵਾ ਜੀ, ਰੇਸ਼ਮੀ ਮੈਟ ਉਸ ਯੋਗਾ ਡੇ ਵਾਸਤੇ ਖਰੀਦ ਲਏ ਗਏ ਨੇ, ਤੇ ਇਸ ਕਰਕੇ ਕੇਜਰੀਵਾਲ ਸਾਹਿਬ ਆ ਹੀ ਰਹੇ ਨੇ। ਨਿੱਕਰ ਟੀ-ਸ਼ਰਟ ਵੀ ਤਿਆਰ ਹੈ, ਔਰ ਯੋਗਾ ਵੀ ਪੂਰਾ ਜੰਮ ਕੇ ਹੋਏਗਾ। ਹਾਲਾਂਕਿ ਯੋਗਾ ਡੇ ਜੂਨ 21 ਨੂੰ ਹੈ, ਉਸ ਦਿਨ ਤੇ ਫਿਰ ਮੋਦੀ ਸਾਹਿਬ ਦਾ ਯੋਗਾ ਚੱਲਦਾ ਹੈ। ਉਸ ਤੋਂ ਇੱਕ ਦਿਨ ਪਹਿਲੇ ਆਪਣਾ ਯੋਗਾ ਚਲਾਉਣ ਵਾਸਤੇ ਜਿਹੜੇ 2 ਕੁ ਭੇਜੇ ਸੀਗੇ ਉਹ ਜਿਹੜੇ ਹੁਸ਼ਿਆਰਪੁਰ ਦੀ ਯੂਨੀਵਰਸਿਟੀ ਦੇ ਵਿੱਚ, ਉਹ ਵੀ ਕੱਲ ਇਸ ਯੋਗਾ ਡੇ ਦੇ 20 ਤਰੀਕ ਨੂੰ ਇਸ ਯੋਗਾ ਡੇ ਦੇ ਵਿੱਚ PAP ਕੰਪਲੈਕਸ ਜਲੰਧਰ ਦੇ ਵਿੱਚ ਸ਼ਾਮਲ ਹੋਣਗੇ। ਤੁਹਾਨੂੰ ਸੱਦਾ ਆਇਆ ਕਿ ਨਹੀਂ? ਇਹ ਜ਼ਰੂਰ ਸਾਨੂੰ ਪਰਦੇ ਨਾਲ ਦੱਸ ਦਿਓ ਜੀ। ਬਿਲਕੁਲ ਆਇਆ, ਨਿੱਕਰ ਟੀ-ਸ਼ਰਟ ਦਾ ਨਾਪ ਵੀ ਲੈ ਗਏ ਨੇ, ਔਰ ਆਪਣੇ ਆਪ 'ਚ ਪੂਰਾ ਯੋਗਾ ਦਾ ਸਿਸਟਮ ਹੈਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।